14 ਦੇ ਵਿੱਚ ਕਾਂਗਰਸ ਪਾਰਟੀ ਦਾ ਐਮਐਲਏ ਸੀ ਜੀ ਮੈਂ ਇਸਤੀਫਾ ਦਿੱਤਾ ਜੀ ਮੈਂ ਦਲ ਨਹੀਂ ਬਦਲਿਆ। ਪੰਜਾਬ ਦੇ ਇਤਿਹਾਸ ਦੇ ਵਿੱਚ ਜੀ ਕੱਲਾ ਮੈਂ ਹੀ ਹਾਂ ਜਿਹਦੇ ਕੋਲ 3 ਸਾਲ ਬਕਾਇਦਾ ਸੀ, ਪਰ ਮੈਂ ਆਪਣੀ ਪਾਰਟੀ ਦੀ ਸੋਚ ਤੋਂ ਨਾਖੁਸ਼ ਹੋ ਕੇ ਘਰੇ ਬਹਿ ਗਿਆ। ਉਦੋਂ ਫਿਰ ਲੋਕਾਂ ਦੇ ਨਾਲ ਵੀ ਸੰਪਰਕ ਛੱਡ ਦਿੱਤਾ ਜਾਂ ਲੋਕਾਂ ਦੇ ਨਾਲ ਕੰਟੈਕਟ ਰਿਹਾ? ਪਿੰਡਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਲੈ ਕੇ ਦੁਬਾਰਾ ਕੋਈ ਲੈ ਕੇ ਆਇਆ ਸੀ, ਉਹ ਕੈਪਟਨ ਅਮਰਿੰਦਰ ਸਿੰਘ ਸੀ। ਮੈਂ ਕਿਹਾ ਜੇ ਤੁਹਾਨੂੰ ਮਾਨ ਸਤਿਕਾਰ ਨਹੀਂ ਮਿਲ ਰਿਹਾ ਤਾਂ ਮੈਂ ਕੌਣ ਹਾਂ? ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਇਨਵੈਸਟਰ ਸੱਦੇ, ਬੜਾ ਵੱਡੇ ਅਸੀਂ ਇਸ਼ਤਿਹਾਰ ਵੀ ਦੇਖੇ। ਉਹ ਕਹਿੰਦੇ ਜੀ MOU ਬਹੁਤ ਸਾਈਨ ਹੋਏ। ਕੀ ਲੱਗਦਾ ਕਿ ਪ੍ਰੈਕਟੀਕਲੀ ਉਹ ਸਾਰੀਆਂ ਚੀਜ਼ਾਂ ਇੰਪਲੀਮੈਂਟ ਹੋ ਪਾਉਣਗੀਆਂ? ਜਦ ਤੱਕ ਇੱਥੇ ਵੱਡੇ ਕਾਰਖਾਨੇ ਨਹੀਂ ਲੱਗਣਗੇ ਤਦ ਤੱਕ এনवायरमेंट ਨਹੀਂ ਬਣੇਗਾ। ਰੋਕਦਾ ਕੌਣ ਹੈ? ਕੇਂਦਰ ਦੀ ਸਰਕਾਰ ਹੈ। ਪੰਜਾਬ 'ਚ ਜਿਹੜੀ ਮਰਜ਼ੀ ਰਿਬੇਟ ਦੇਣ, ਆਪਾਂ ਇਸ ਗੱਲ ਨੂੰ ਨਹੀਂ ਨਾ ਅੜੀਕ ਸਕਦੇ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਤੇ ਹੁਣ ਆਪਾਂ ਨਹੀਂ ਕਰਨਾ, ਜਾਂ ਵਿਰੋਧੀ ਪਾਰਟੀ ਦੀ। ਯਾਨੀ ਰੁਕਾਵਟ ਕਿੱਥੇ ਹੈ? ਭਾਰਤੀ ਜਨਤਾ ਪਾਰਟੀ ਪੰਜਾਬ ਦਾ ਭਲਾ ਚਾਹੁੰਦੀ ਹੈ, ਚਾਹੇ ਆਪਾਂ ਆਪੋਜੀਸ਼ਨ 'ਚ ਹੈ, ਚਾਹੇ ਸਾਡੇ ਕੋਲ 2 MLA ਹੈ ਜੀ। ਉਹ ਗੱਲ ਨਹੀਂ ਹੈ, ਗੱਲ ਹੈ ਪੰਜਾਬ ਨੂੰ ਬਚਾਈਏ ਆਪਾਂ। ਨਾ ਕੈਪਟਨ ਸਾਹਿਬ ਦੀ ਸਰਕਾਰ ਨੇ, ਨਾ ਅਕਾਲੀ ਸਰਕਾਰ ਨੇ, ਔਰ ਨਾ ਮਾਨ ਸਾਹਿਬ ਦੀ ਸਰਕਾਰ ਨੇ ਇਹ ਡਿਮਾਂਡ ਵੀ ਕੀਤੀ ਹੈ। ਭਾਰਤੀ ਜਨਤਾ ਪਾਰਟੀ ਜਿਹਦੇ ਕੋਲੇ ਅੱਜ ਭਾਰਤ ਦੇ ਅੱਧੇ ਤੋਂ ਵੱਧ ਸੂਬਿਆਂ ਦੇ ਵਿੱਚ ਸਰਕਾਰਾਂ, ਕੀ ਕਿਸੇ ਇੱਕ ਸਟੇਟ ਦੀ ਕੋਈ ਐਗਜ਼ਾਮਪਲ ਤੁਸੀਂ ਪੰਜਾਬ ਦੇ ਵਿੱਚ ਅਗਲੀਆਂ ਲੋਕ ਸਭਾ ਚੋਣਾਂ 'ਚ ਦੇ ਸਕੋਗੇ ਕਿ ਦੇਖੋ ਜੀ ਸਾਡੀ ਉੱਥੇ ਸਰਕਾਰ ਸੀ, ਅਸੀਂ ਚੰਗਾ ਕੰਮ ਕੀਤਾ? ਪੰਜਾਬ ਦੇ ਲੋਕੋ ਉੱਥੋਂ ਪੁੱਛ ਲਓ, ਜੇ ਚੰਗਾ ਲੱਗਾ ਤਾਂ ਵੋਟਾਂ ਪਾ ਦਿਓ। ਸਾਡੀ ਕੋਸ਼ਿਸ਼ ਹੈ ਕਿ ਆਪਾਂ ਧਰਮ ਤੋਂ ਹਟ ਕੇ ਜੀ ਲੋਕਾਂ ਨੂੰ ਡਿਵੈਲਪਮੈਂਟ ਦੇ ਪਲਾਨ ਤੇ, ਵਿਕਾਸ ਦੇ ਪਲਾਨ ਤੇ ਆਪਾਂ ਜੋੜੀਏ। ਆਪਾਂ ਧਰਮ ਦੇ ਵਿੱਚ ਨਹੀਂ ਪੈਣਾ ਚਾਹੁੰਦੇ, ਆਪਾਂ ਬਿਲਕੁਲ ਵਿਕਾਸ, ਡਿਵੈਲਪਮੈਂਟ ਉਸ ਪਲਾਨ ਤੇ ਆਪਾਂ ਲੋਕਾਂ ਨੂੰ ਜੋੜੀਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV। ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਅੱਜ ਸਿਆਸੀ ਗੱਲਾਂ ਕਰਨੀਆਂ, ਪਰ ਸਿਆਸੀ ਗੱਲਾਂ ਆਮ ਲੋਕਾਂ ਦੀਆਂ ਗੱਲਾਂ ਦੇ ਵਿੱਚ ਅਸੀਂ ਲਪੇਟ ਕੇ, ਲਵੇੜ ਕੇ, ਭਿਉਂ ਕੇ ਕਰਨੀਆਂ। ਕਈ ਵਾਰੀ ਆਪਣਾ ਜੀ ਕਰਦਾ ਹੁੰਦਾ ਨਾ ਕਿ ਰੋਟੀ ਖਾਈਏ। ਪਿੰਡਾਂ ਦੇ ਵਿੱਚ ਆਮ ਹੀ ਹੁੰਦਾ ਕਿ ਰੋਟੀ ਇੱਕ ਆਪਾਂ ਬੁਰਕੀ ਨਾਲ ਦਾਲ ਲਾ ਖਾਂਦੇ, ਕਈ ਵਾਰੀ ਦਾਲ ਦੇ ਵਿੱਚ ਡਬੋ ਕੇ ਵੀ ਖਾਂਦੇ, ਬਜ਼ੁਰਗ ਬਹੁਤ ਵਾਰੀ ਖਾਂਦੇ ਹੁੰਦੇ। ਅੱਜ ਸਿਆਸੀ ਗੱਲਾਂ ਆਮ ਲੋਕਾਂ ਦੀਆਂ ਗੱਲਾਂ ਦੇ ਵਿੱਚ ਆਪਾਂ ਡਬੋ ਕੇ ਕਰਨੀਆਂ, ਕਿਉਂਕਿ ਸ਼ਖਸੀਅਤ ਐਸੀ ਹੈ ਸਾਡੇ ਨਾਲ ਜਿਨ੍ਹਾਂ ਨੇ ਲੰਬਾ ਸਮਾਂ ਰਾਜਨੀਤੀ ਕੀਤੀ, ਰਾਜਨੀਤੀ ਤੋਂ ਪਹਿਲਾਂ ਕਾਰੋਬਾਰ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ, ਤੇ ਉਹ ਦੋਨੋਂ ਚੀਜ਼ਾਂ ਆਪਾਂ ਨਾਲ ਚੱਲ ਕੇ ਰੱਖਣੀਆਂ, ਕਿਉਂਕਿ ਦੋਨਾਂ ਚੀਜ਼ਾਂ ਦੀ ਲੋੜ ਹੈ। ਨਾਲ ਨੇ ਇਸ ਵੇਲੇ ਸਾਡੇ ਅਰਵਿੰਦ ਖੰਨਾ ਜੀ 2 ਵਿਧਾਨ ਸਭਾ ਹਲਕਿਆਂ ਤੋਂ ਵਿਧਾਇਕ ਰਹੇ ਨੇ, ਮਲੇਰਕੋਟਲਾ ਤੇ ਧੂਰੀ। ਉਸ ਹਲਕੇ ਤੋਂ ਵਿਧਾਇਕ ਰਹੇ ਨੇ ਜਿੱਥੋਂ ਦੇ ਵਿਧਾਇਕ ਅੱਜ ਮੁੱਖ ਮੰਤਰੀ ਨੇ ਭਗਵੰਤ ਮਾਨ ਸਾਹਿਬ ਦਾ ਧੂਰੀ ਹਲਕਾ। ਤੇ ਮਲੇਰਕੋਟਲਾ ਦੇ ਨਾਲ ਸਾਰੀਆਂ ਚੀਜ਼ਾਂ, ਸੰਗਰੂਰ ਜ਼ਿਲ੍ਹੇ ਦੇ ਵਿੱਚ ਪਹਿਲਾਂ ਹਿੱਸਾ ਹੁੰਦਾ ਸੀ, ਮਲੇਰਕੋਟਲਾ ਵੱਖਰਾ ਜ਼ਿਲ੍ਹਾ ਬਣ ਗਿਆ। ਸੰਗਰੂਰ ਤੋਂ ਵੀ ਜਿੱਤ ਕੇ MLA ਬਣੇ, ਲੋਕ ਸਭਾ ਦੀ ਇਲੈਕਸ਼ਨ ਲੜੀ। ਜਾਣੀ ਉਹ ਸਾਰਾ ਏਰੀਆ ਜਿਹੜਾ ਇਹਨਾਂ ਦੀ ਸਿਆਸੀ ਕਰਮ ਭੂਮੀ ਹੈ। ਖੰਨਾ ਸਾਹਿਬ ਦੇ ਨਾਲ ਕਾਰੋਬਾਰ ਦੀਆਂ, ਸਿਆਸੀ, BJP ਦੀਆਂ, ਭਵਿੱਖ ਦੀਆਂ, ਕੀ ਦੇਖਦੇ ਨੇ ਪੰਜਾਬ ਦਾ ਭਵਿੱਖ, ਉਹ ਸਾਰੀਆਂ ਗੱਲਾਂ ਬਾਤਾਂ ਕਰਨੀਆਂ। ਖੰਨਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਬਾਤ ਸਾਹਿਬ, ਠੀਕ ਠਾਕ ਹੋ ਜੀ? ਥੈਂਕ ਯੂ। ਖੰਨਾ ਸਾਹਿਬ, ਸਿਆਸੀ ਤੌਰ ਦੇ ਉੱਤੇ ਤਾਂ ਆਪਾਂ ਨੂੰ ਪਤੀਲੇ 'ਚ ਕੜਛੀ ਮਾਰਨੀ ਪੈਣੀ ਆ ਕਿਉਂਕਿ ਲੀਡਰਾਂ ਦੇ ਨਾਲ ਬਹਿਣਾ ਤਾਂ ਸਵਾਲ ਕਰਨੇ ਆ। ਮੈਂ ਸਭ ਤੋਂ ਪਹਿਲਾਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਕਿ ਪੰਜਾਬ ਦਾ ਜਿਹੜਾ ਨੌਜਵਾਨ ਹੈ, ਉਹ ਪੰਜਾਬ ਦੇ ਵਿੱਚ ਕਾਰੋਬਾਰ ਜੇ ਕਰਨਾ ਚਾਹੇ, ਛੋਟੀ ਦੁਕਾਨ ਕਰਨਾ ਚਾਹੇ, ਵੱਡੀ ਫੈਕਟਰੀ ਲਾਉਣਾ ਚਾਹੇ, ਕੀ ਸੰਭਵ ਹੈ? ਜੇ ਮਿਹਨਤ ਕਰੇ ਤਾਂ ਇੱਥੇ ਵੀ ਰੋਟੀ ਖਾ ਸਕਦਾ? ਬਿਲਕੁਲ ਸੰਭਵ ਹੈ, ਪਰ ਥੋੜਾ ਜਿਹਾ ਮਾਹੌਲ ਇੱਥੇ ਬਦਲਣ ਦੀ ਲੋੜ ਆ। ਠੀਕ ਹੈ ਜੀ। ਦੇਖੋ, ਓਪਰਚੁਨਿਟੀਜ਼ ਤਾਂ ਤਦ ਹੀ ਮਿਲ ਸਕਦੀਆਂ ਜਦ ਇੱਥੇ ਵੱਡੇ ਕਾਰਖਾਨੇ ਬਣਨਗੇ, ਲੱਗਣਗੇ। ਉਹਦੇ ਫਿਰ ਜਾਂ ਤਾਂ ਤੁਸੀਂ, ਆਪਾਂ ਉਹਨਾਂ ਦੀ ਨਹੀਂ ਗੱਲ ਕਰ ਰਹੇ ਜਿਨ੍ਹਾਂ ਨੇ ਉਹ ਕਾਰਖਾਨੇ ਦੇ ਵਿੱਚ ਜਾ ਕੇ ਕੰਮ ਕਰਨਾ ਜੀ, ਆਪਾਂ ਉਹਨਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਐਂਟਰਪ੍ਰਾਈਜ਼ ਖੜੀ ਕਰਨੀ ਹੈ। ਠੀਕ ਹੈ ਜੀ। ਜਿਨ੍ਹਾਂ ਨੇ ਐਂਟਰਪ੍ਰੈਨਿਓਰ ਬਣਨਾ, ਆਪਣਾ ਧੰਦਾ ਸ਼ੁਰੂ ਕਰਨਾ, ਆਪਣਾ ਬਿਜ਼ਨਸ ਸ਼ੁਰੂ ਕਰਨਾ, ਉਹਨਾਂ ਨੂੰ ਤਾਂ ਮੌਕਾ ਤਦ ਹੀ ਮਿਲ ਸਕਦਾ ਹੈ ਜਦ ਉੱਥੇ এনवायरमेंट ਬਣੇਗਾ ਜੀ। किसी ने बसा पानी है, किसी ने ट्रक्का पानी है, किसी ने एम्प्लॉयमेंट एजेंसी खोलनी है। तुसी देखिया जिथे भी कदे भी कहीं एक वड्डी फैक्ट्री आंदी है, ਉਹਦੇ ਨਾਲ फिर बहुत सारी डेवलपमेंट जी होंदी है। मैं छोटा जिहा उदाहरण देना तुहानू, जब मारुति दी फैक्ट्री लगी सी
ਮਾਨੇਸਰ ਦੇ ਵਿੱਚ। ਮਾਨੇਸਰ ਨੂੰ ਕੋਈ ਨਹੀਂ ਜਾਣਦਾ ਸੀ, ਗੁੜਗਾਉਂ ਮਾਨੇਸਰ ਜੀ। ਉਹ ਫੈਕਟਰੀ ਲੱਗੀ ਉੱਥੇ, ਫਿਰ ਜਾਪਾਨੀਜ਼ ਲੋਕ ਰਹਿਣ ਲੱਗੇ, ਜੋ ਇੰਡੀਅਨਸ ਉਹਨਾਂ ਨੂੰ ਹਾਇਰ ਕੀਤਾ, ਉਹਨਾਂ ਨੂੰ ਉੱਥੇ ਰਹਿਣ ਲੱਗੇ। ਉਹਦੇ ਨਾਲ ਫਿਰ ਰੈਸਟੋਰੈਂਟਸ ਖੋਲੇ, ਢਾਬੇ ਬਣੇ, ਬਿਜ਼ਨੈਸਿਸ ਕ੍ਰੀਏਟ ਹੋਈਆਂ। ਤੇ ਇਸ ਕਰਕੇ ਜਦ ਤੱਕ ਇੱਥੇ ਵੱਡੇ ਕਾਰਖਾਨੇ ਨਹੀਂ ਲੱਗਣਗੇ ਤਦ ਤੱਕ এনवायरमेंट ਨਹੀਂ ਬਣੇਗਾ। ਬਸ ਜਿਸ ਦਿਨ ਕਾਰਖਾਨੇ ਲੱਗ ਗਏ ਜੀ, ਇੱਥੇ ਪੰਜਾਬ ਦੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਐਂਟਰਪ੍ਰੀਨਿਓਰ ਸਕਿੱਲਸ ਹੈਗੀ, ਠੀਕ ਹੈ, ਪਰ ਉਹਨਾਂ ਨੂੰ ਵਰਤਣ ਦਾ ਮੌਕਾ ਨਹੀਂ ਮਿਲ ਰਿਹਾ। ਠੀਕ ਹੈ ਜੀ। ਤੇ ਆਈ ਫੀਲ ਕਿ ਜੇ ਪੰਜਾਬ ਦੇ ਵਿੱਚ ਆਪਾਂ ਲੁਧਿਆਣਾ ਦੇਖਦੇ ਹੀ ਹਾਂ ਕਿੰਨੀ ਛੋਟੀ ਸਮਾਲ ਸਕੇਲ ਇੰਡਸਟਰੀ ਵੀ ਲੱਗੀ ਹੈ, ਲੋਕਾਂ ਨੇ ਵਪਾਰ ਵੀ, ਆਪਣੇ ਬਿਜ਼ਨੈਸਿਸ ਵੀ ਸ਼ੁਰੂ ਕੀਤੇ। ਪੰਜਾਬ ਦੇ ਆਪਾਂ ਜੇ ਬੱਚਿਆਂ ਦੀ ਗੱਲ ਕਰੀਏ ਤੇ ਕਈ ਸਾਰੇ ਜੋ ਅੱਜ ਹਿੰਦੁਸਤਾਨ ਦੇ ਵਿੱਚ ਵੱਡੇ ਪੱਧਰ ਦੇ ਸਟਾਰਟਅਪਸ ਆ, ਉਹਨਾਂ ਦੇ ਵਿੱਚ ਪੰਜਾਬੀ ਜੋ ਪੰਜਾਬ ਤੋਂ ਆਏ ਹੈ, ਜਿਵੇਂ ਅਗਰਵਾਲ ਹੈ, ਚਾਹੇ ਆਪਣਾ ਜੋ ਜਿਵੇਂ ਓਯੋ ਹੈ, ਫਲਿੱਪਕਾਰਟਸ ਹੈ, ਇਹਦੇ ਵਿੱਚ ਸਾਡੇ ਪੰਜਾਬੀ ਮੁੰਡਿਆਂ ਦਾ ਵੀ ਹਿੱਸਾ ਹੈ। ਠੀਕ ਹੈ ਜੀ। ਤੇ ਇਸ ਕਰਕੇ ਸਾਡੇ ਕੋਲ ਐਂਟਰਪ੍ਰੀਨਿਓਰ ਸਕਿੱਲਸ ਹਨ, ਸਾਨੂੰ ਮੌਕਾ ਨਹੀਂ ਮਿਲ ਰਿਹਾ। ਪ੍ਰੋਬਲਮ ਤਾਂ ਇਹ ਆ। ਬਿਲਕੁਲ ਠੀਕ ਹੈ ਜੀ। ਮੈਂ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਦਾ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੱਡੇ ਅਹੁਦੇ ਤੇ ਕੰਮ ਕਰ ਰਹੇ ਨੇ ਖੰਨਾ ਸਾਹਿਬ। ਅਹੁਦਾ ਇਸ ਕਰਕੇ ਮੈਂ ਨਹੀਂ ਬੋਲ ਰਿਹਾ ਕਿਉਂਕਿ ਅਜੇ ਬਹੁਤ ਕੁਝ ਭਾਰਤੀ ਜਨਤਾ ਪਾਰਟੀ ਨੇ ਪੰਜਾਬ 'ਚ ਕਰਨਾ, ਅਜੇ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜੀਆਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ। ਅਸੀਂ ਦੇਖਦੇ ਹੁੰਦੇ ਕਈ ਵਾਰੀ ਕਿ ਜਿਸ ਤਰੀਕੇ ਉਹ ਪ੍ਰੋਗਰਾਮ ਦੇ ਰਹੇ ਨੇ, ਇਹਦਾ ਮਤਲਬ ਕਿ ਪੂਰੀ ਸ਼ਕਤੀ ਦੇ ਨਾਲ ਆਉਣ ਦੀ ਕੋਸ਼ਿਸ਼ ਕਰ ਰਹੇ। ਤੇ ਅਰਵਿੰਦ ਖੰਨਾ ਸਾਹਿਬ ਨੇ ਕਾਂਗਰਸ ਪਾਰਟੀ ਛੱਡੀ ਸੀ, ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ। ਆਪਾਂ ਉਹ ਵੀ ਜ਼ਿਕਰ ਕਰਨਾ ਕਿ ਕਿਉਂ ਇਧਰਲੇ ਪਾਸੇ ਉਹ ਆਏ। ਪਰ ਖੰਨਾ ਸਾਹਿਬ, ਮੈਂ ਇੱਕ ਸਵਾਲ ਤੁਹਾਡੇ ਜ਼ਰੂਰ ਜਾਣਨਾ ਚਾਹੁੰਦਾ ਕਿ ਤੁਸੀਂ ਪਹਿਲਾਂ ਕਾਰੋਬਾਰ ਸ਼ੁਰੂ ਕੀਤਾ, ਸੈੱਟ ਕੀਤਾ, ਸਿਖਰ ਤੇ ਪਹੁੰਚਾਇਆ, ਰੁਪਈਏ 4 ਤੁਸੀਂ ਉਹਦੇ ਵਿੱਚੋਂ ਕਮਾਏ। ਜੇ ਅੱਜ ਮੰਨ ਲਓ ਕਿ ਤੁਸੀਂ ਜੇ ਰਾਜਨੇਤਾ ਨਾ ਹੁੰਦੇ, ਤੁਸੀਂ ਕਾਰੋਬਾਰੀ ਸੈੱਟ ਕਰਨਾ ਹੁੰਦਾ, ਤੁਸੀਂ ਇੱਕ ਇਨਵੈਸਟਮੈਂਟ ਕਰਨੀ ਮੰਨ ਲਓ 50 ਕਰੋੜ ਰੁਪਈਏ ਦੀ, ਤੁਸੀਂ ਪੰਜਾਬ ਨੂੰ ਪ੍ਰੈਫਰ ਕਰਦੇ ਜਾਂ ਭਾਰਤ ਦੇ ਕਿਸੇ ਹੋਰ ਸੂਬੇ ਨੂੰ ਪ੍ਰੈਫਰ ਕਰਦੇ? ਜੇ ਪੰਜਾਬ ਨੂੰ ਪ੍ਰੈਫਰ ਨਾ ਕਰਦੇ ਤਾਂ ਕਿਉਂ ਨਾ ਕਰਦੇ? ਯਾਨੀ ਕਿਹੜੀ ਚੀਜ਼ ਦੀ ਕਮੀ ਤੁਹਾਨੂੰ ਨਜ਼ਰ ਆਉਂਦੀ? ਕਿਉਂਕਿ ਤੁਹਾਡੀ ਮੌਜੂਦਾ ਪਾਰਟੀ ਦੀ ਸਰਕਾਰ ਅਕਾਲੀ ਦਲ ਨਾਲ ਸਾਂਝੀ ਸੀ, ਉਦੋਂ ਵੀ ਉਹ ਸੱਦਾ ਦਿੰਦੇ ਸੀ ਕਿ ਇਨਵੈਸਟਮੈਂਟ ਕਰੋ। ਕੈਪਟਨ ਸਾਹਿਬ ਦੀ ਸਰਕਾਰ ਆਈ, ਉਹ ਵੀ ਸੱਦਾ ਦਿੰਦੇ ਸੀ, ਚੰਨੀ ਸਾਹਿਬ ਵੀ, ਭਗਵੰਤ ਮਾਨ ਸਾਹਿਬ ਵੀ। ਜਾਣੀ ਕੀ ਘਾਟ ਰਹੀ ਹੋਊਗੀ ਕਿ ਇੱਥੇ ਅਜੇ ਤੱਕ ਵੀ ਕਾਰੋਬਾਰੀ ਆਪ ਦੌੜ ਕੇ ਨਹੀਂ ਆਉਂਦਾ ਪੰਜਾਬ 'ਚ? ਦੇਖੋ, ਇਹਦੇ ਵਿੱਚ ਦੋ ਸਵਾਲ ਹੈ। ਇੱਕ ਤਾਂ ਤੁਸੀਂ ਮੈਨੂੰ ਪੁੱਛਿਆ ਕਿ ਜੇ ਮੈਂ, ਦੇਖੋ ਮੇਰਾ ਤੇ ਜਦ ਮੈਂ ਆਪਣੀ ਬਿਜ਼ਨਸ ਸ਼ੁਰੂ ਕੀਤਾ ਸੀ ਤੇ ਮੇਰਾ ਤਾਂ ਡਿਫੈਂਸ ਦਾ ਸੀ ਬਾਬਾ। ਠੀਕ ਹੈ ਜੀ। ਤੇ ਮੇਰੀ ਡਿਫੈਂਸ ਦੀ ਫੈਕਟਰੀਆਂ ਲੱਗੀ ਸੀ ਪੰਜਾਬ ਦੇ ਵਿੱਚ। ਉਹ ਜੋ ਸਕਿੱਲਸ ਚਾਹੀਦੀ ਹੈ ਫੈਕਟਰੀ ਲਗਾਉਣ ਵਾਸਤੇ ਸੌਫਟਵੇਅਰ ਦੀ, ਉਹਦੇ ਦਿਨਾਂ ਦੇ ਵਿੱਚ, ਮੈਂ 98 ਦੀ ਗੱਲ ਕਰ ਰਿਹਾ ਜੀ, ਉਹਦੇ ਦਿਨਾਂ 'ਚ ਉੱਥੇ ਪੰਜਾਬ ਦੇ ਵਿੱਚ ਉਹ ਮਾਹੌਲ ਨਹੀਂ ਸੀ। ਠੀਕ ਹੈ। ਤੇ ਇਸ ਕਰਕੇ ਮੈਂ ਆਪਣੀ ਪਹਿਲੀ ਫੈਕਟਰੀ ਬੈਂਗਲੌਰ 'ਚ ਲਾਈ ਸੀ, ਕਿਉਂਕਿ ਉੱਥੇ ਐਕਸ ਆਰਮੀ ਮੈਨ, ਐਕਸ 에ਅਰ ਫੋਰਸ, ਐਕਸ ਨੇਵੀ ਆਰਾਮ ਨਾਲ ਮਿਲ ਜਾਂਦੇ ਸੀ। ਉੱਥੇ ਹਿੰਦੁਸਤਾਨ ਦੀ ਸਰਕਾਰ ਦੇ ਬਹੁਤ ਵੱਡੇ ਫੈਕਟਰੀਆਂ ਸੀ, HAL ਸੀ, ਬੈਲ ਸੀ, ਜੋ ਉਸ ਤੋਂ ਆਪਾਂ ਰਿਕਰੂਟ ਕਰਦੇ ਸਕਦੇ ਸੀ ਬੰਦੇ। ਤੇ ਇਸ ਕਰਕੇ ਉੱਥੇ ਡਿਫੈਂਸ ਦਾ ਇੱਕ ਵੱਖਰੀ ਰੂਪ ਰੇਖਾ ਸੀਗੀ, ਇਸ ਕਰਕੇ ਮੈਨੂੰ ਉਸ ਪਾਸੇ ਜਾਣਾ ਪਿਆ। ਪਰ ਜੇ ਤੁਸੀਂ ਪੰਜਾਬ ਦੀ ਇੰਡਸਟਰੀ ਦੀ ਗੱਲ ਕਰਦੇ ਹੋ, ਦੇਖੋ ਪਿਛਲੇ 30 ਸਾਲ, ਔਰ ਮੈਂ 30 ਸਾਲ ਭਾਟ ਸਾਹਿਬ ਇਸ ਕਰਕੇ ਕਹਿ ਰਹੇ ਹਾਂ ਕਿ ਅੱਤਵਾਦ ਦੀ ਲੜਾਈ ਤੋਂ ਬਾਅਦ ਜੀ ਪਹਿਲੀ ਸਰਕਾਰ 92 'ਚ ਬਣੀ ਸੀ, ਬਿਆਨ ਸਿੰਘ ਸਾਹਿਬ ਦੀ ਜੀ। ਉਹਦੇ ਬਾਅਦ ਬਾਦਲ ਸਾਹਿਬ ਬਣੇ 3 ਵਾਰ, ਕੈਪਟਨ ਸਾਹਿਬ ਬਣੇ 2 ਵਾਰ, ਔਰ ਦਿੱਲੀ ਦੇ ਵਿੱਚ ਵੀ ਯੂਪੀ ਦੀ ਸਰਕਾਰ ਬਣੀ 2 ਵਾਰ ਜੀ, ਕਾਂਗਰਸ ਪਾਰਟੀ ਦੀ ਯੂਪੀ ਦੀ ਸਰਕਾਰ। ਪਰ ਹੈਰਾਨਗੀ ਦੀ ਗੱਲ ਇਹ ਆ ਕਿ ਪੰਜਾਬ ਇੰਡਸਟਰੀ ਨੂੰ ਕਿਸੇ ਨੇ ਕੋਈ ਇਨਸੈਂਟਿਵ ਨਹੀਂ ਦਿੱਤਾ ਜੀ। ਪੰਜਾਬ ਦੀ ਇੰਡਸਟਰੀ ਅੱਤਵਾਦ ਦੇ ਸਮੇਂ ਬੰਦ ਹੋ ਕੇ ਦੂਜੇ ਸੂਬਿਆਂ ਤੇ ਚਲੀ ਗਈ ਸੀ। ਅੱਜ ਜੇ ਤੁਸੀਂ ਕਿਸੇ ਇੰਡਸਟਰੀ ਨੂੰ ਕਹੋ ਕਿ ਜੀ ਪੰਜਾਬ ਦੇ ਵਿੱਚ ਆ ਕੇ ਤੁਸੀਂ ਫੈਕਟਰੀ ਲਾਓ, ਉਹ ਕਿਉਂ ਲਾਏਗਾ? ਉਹਨੇ ਇਲੈਕਸ਼ਨ ਤੇ ਲੜਨਾ ਨਹੀਂ, ਉਹਨੇ ਵੋਟਾਂ ਤਾਂ ਮੰਗਣੀ ਨਹੀਂ, ਉਹਦੇ ਲਈ ਤਾਂ ਸਾਰਾ ਕੁਝ ਪੈਸਾ ਹੈ, ਪ੍ਰੋਫਿਟ ਹੈ ਜੀ। ਉਹਨੂੰ ਪੰਜਾਬ ਦੇ ਵਿੱਚ ਆ ਕੇ ਐਸਾ ਕੋਈ ਸੈਂਟਰ ਸਰਕਾਰ ਵੱਲੋਂ ਕੋਈ ਇਨਸੈਂਟਿਵ ਹੀ ਨਹੀਂ ਮਿਲਿਆ, ਨਾ ਪੰਜਾਬ ਸਰਕਾਰ ਵੱਲੋਂ ਕੋਈ ਇਨਸੈਂਟਿਵ ਮਿਲਿਆ ਕਿ ਉਹ ਆ ਕੇ ਇੱਥੇ ਆਪਣੀ ਕੋਈ ਵੱਡੀ ਫੈਕਟਰੀ ਲਾਏ। ਨੈਸ਼ਨਲ ਸਰਕਾਰ ਨੇ ਇੰਡਸਟਰੀਜ਼ ਨੂੰ ਬੱਦੀ ਵਿੱਚ ਫੈਕਟਰੀ ਲਾਉਣ ਵਾਸਤੇ ਇਨਸੈਂਟਿਵ ਦਿੱਤੇ, ਹਿਮਾਚਲ ਦੇ ਵਿੱਚ, ਜੰਮੂ ਕਸ਼ਮੀਰ ਵਿੱਚ ਦਿੱਤੇ ਕਿ ਜੰਮੂ ਤੁਸੀਂ ਫੈਕਟਰੀ ਲਾਓ ਤੁਹਾਨੂੰ ਇਨਸੈਂਟਿਵਸ, ਟੈਕਸ ਰੀਬੇਟ ਮਿਲੂਗਾ। ਉੱਤਰਾਂਚਲ ਦੇ ਵਿੱਚ ਟੈਕਸ ਰੀਬੇਟਸ ਮਿਲੇ। ਪਰ ਪੰਜਾਬ ਦੇ ਵਿੱਚ ਹੈਰਾਨਗੀ ਦੀ ਇਹ ਗੱਲ ਹੈ ਕਿ ਨਾ ਕਾਂਗਰਸ ਪਾਰਟੀ ਨੇ ਜੀ ਜਾਂ ਕਿਸੇ ਹੋਰ ਪਾਰਟੀ ਨੇ ਪੰਜਾਬ ਕਨੀ ਇਸ ਪਾਸੇ ਦੇਖਿਆ ਕਿ ਆਪਾਂ ਪੰਜਾਬ ਦੇ ਵਿੱਚ ਇੰਡਸਟਰੀ ਕਿਵੇਂ ਪੈਦਾ ਕਰਾਂਗੇ। ਪ੍ਰੋਬਲਮ ਇਹ ਹੈ ਕਿ ਜੇ ਮੈਂ ਅੱਜ ਗਾਰਮੈਂਟਸ ਬਣਾ ਰਿਹਾ ਜੀ, ਮੇਰਾ ਮਾਰਕੀਟ ਆਲ ਇੰਡੀਆ ਹੈ, ਠੀਕ ਹੈ, ਜਾਂ ਤਾਂ ਫਿਰ ਮੈਨੂੰ ਟੈਕਸ ਰੀਬੇਟ ਨਾ ਦੋ, ਮੈਨੂੰ ਟਰਾਂਸਪੋਰਟ ਰੀਬੇਟ ਦੇ ਦੋ, ਕੁਛ ਲਾਭ ਮਿਲਣਾ, ਕੁਛ ਤਾਂ ਲਾਭ ਮਿਲਣਾ ਚਾਹੀਦਾ। ਕਿਉਂਕਿ ਮੈਂ ਮੱਧ ਪ੍ਰदेश, ਜੇ ਮੈਂ ਮੱਧ ਪ੍ਰदेश ਫੈਕਟਰੀ ਖੋਲਾਂਗਾ ਤੇ ਮੇਰੇ ਜੋ ਆਊਟਲੈਟਸ हैं
ਉਹ 2 ਕਿਲੋਮੀਟਰ 10 ਕਿਲੋਮੀਟਰ 15 ਕਿਲੋਮੀਟਰ 'ਚ ਹੈ। ਪੰਜਾਬ ਦੇ ਵਿੱਚ ਇੱਕ ਕੋਨੇ 'ਚ ਆ ਗਿਆ ਪੰਜਾਬ। ਮੇਰਾ ਮਾਰਕੀਟ ਸਾਰਾ ਥੱਲੇ ਹੈ। ਮੇਰੀ ਟਰਾਂਸਪੋਰਟ ਕਾਸਟ ਬਾਕੀ ਮੇਰੇ ਕੰਪੀਟੀਟਰਸ ਤੋਂ ਇੰਨੀ ਵੱਧ ਹੋਣੀ ਹੈ ਕਿ ਮੈਂ ਕੰਪੀਟੀਟਿਵ ਨਹੀਂ ਹੋ ਸਕਦਾ। ਕੀਮਤ ਵੱਧ ਜਾਊਗੀ, ਕੀਮਤ ਵੱਧ ਜਾਊਗੀ। ਇਸ ਕਰਕੇ ਅੱਜ ਪੰਜਾਬ ਦੇ ਜੋ ਸਾਈਕਲ ਫੈਕਟਰੀਜ਼ ਆ ਅੱਜ छत्तीसगढ़ ਤੇ ਮੱਧ ਪ੍ਰਦੇਸ਼ से ਲੱਗ ਰਹੀ ਹੈ। ਡਿਵੈਲਪਮੈਂਟ ਉਸ ਪਾਸੇ ਉਹ ਇਨਵੈਸਟਮੈਂਟ ਕਰ ਰਹੇ ਕਿਉਂਕਿ ਮਾਰਕੀਟ ਹੀ ਨਹੀਂ ਹੈ ਪੰਜਾਬ ਦੇ। ਤੇ ਇਸ ਕਰਕੇ ਜਦ ਤੱਕ ਆਪਾਂ ਵਪਾਰੀ ਨੂੰ ਜਾਂ ਇੰਡਸਟਰੀਅਲਿਸਟ ਨੂੰ ਕੋਈ ਮੁਨਾਫਾ ਨਹੀਂ ਦੇਵਾਂਗੇ ਉਹਨੇ ਕਿਉਂ ਲਾਣਾ ਇਸ ਪਾਸੇ। ਅੱਛਾ ਖੰਨਾ ਸਾਹਿਬ, ਜਿਹੜਾ ਹੁਣੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਇਨਵੈਸਟਰ ਸੱਦੇ, ਬੜਾ ਵੱਡੇ ਅਸੀਂ ਇਸ਼ਤਿਹਾਰ ਵੀ ਦੇਖੇ, ਉਹ ਕਹਿੰਦੇ ਜੀ MOU ਬਹੁਤ ਸਾਈਨ ਹੋਏ। ਪਿਛਲੀ ਸਰਕਾਰ ਨੇ ਵੀ ਕਿਹਾ ਸੀ MOU ਬਹੁਤ ਸਾਈਨ ਹੋਏ। ਕੀ ਲੱਗਦਾ ਕਿ ਪ੍ਰੈਕਟੀਕਲੀ ਉਹ ਸਾਰੀਆਂ ਚੀਜ਼ਾਂ ਇੰਪਲੀਮੈਂਟ ਹੋ ਪਾਉਣਗੀਆਂ? ਤੁਸੀਂ ਕਿਉਂਕਿ ਕਾਰੋਬਾਰੀ ਬੰਦੇ ਹੋ, ਇੰਡਸਟਰੀ ਦੇ ਵਿੱਚ ਤੁਹਾਡਾ ਜਿਹੜਾ ਬਹੁਤ ਵੱਡਾ ਨਾਮ ਹੈ, ਕੀ ਲੱਗਦਾ ਕਿ ਉਹਦੇ ਵਿੱਚੋਂ ਪੰਜਾਬ ਦੇ ਲਈ ਕੱਢਣ ਪਾਉਣ ਨੂੰ ਕੁਛ ਹੈਗਾ? ਜੇ ਮੈਂ ਤੁਹਾਡੀ ਨਜ਼ਰ 'ਚ ਦੇਖਾਂ। ਕੁਛ ਨਹੀਂ ਹੈ। देखो सियासी नहीं कुछ नहीं है। ਇਹ ਅਕਾਲੀ ਦਲ ਨੇ ਵੀ ਸ਼ੁਰੂ ਕੀਤਾ ਸੀ ਜੀ, ਇਹ ਤੁਹਾਡੇ ਕੈਪਟਨ ਸਾਹਿਬ ਨੇ ਵੀ ਕੀਤਾ ਸੀ ਸਰਕਾਰ ਨੇ। ਮੈਂ ਕਿਸੇ ਨੂੰ ਕਸੂਰਵਾਰ ਨਹੀਂ ਠਹਿਰਾ ਰਿਹਾ। ਠੀਕ ਹੈ ਜੀ। ਮੈਂ ਜੋ ਮੈਂ ਪਹਿਲੇ ਜਵਾਬ ਦਿੱਤਾ, এনवायरमेंट ਹੀ ਨਹੀਂ ਹੈ। ਠੀਕ ਹੈ ਜੀ। ਹੁਣ ਜੋ ਵੀ MOUs ਜੋ ਸਾਈਨ ਹੋ ਰਹੇ ਪੰਜਾਬ 'ਚ, ਤੁਸੀਂ ਸਾਰੇ ਜੋ ਇਨਵੈਸਟ ਪੰਜਾਬ ਜੋ ਪਿਛਲੇ 10 ਸਾਲ 'ਚੋਂ ਬਣੇ ਆ, ਤੁਸੀਂ ਦੇਖ ਲਓ। एजुकेशन इंस्टीट्यूट बने हैं, स्किलिंग डेवलपमेंट दी MOU साइन हुई है, हस्पतालों दी MOU साइन हुए हैं, इंटरनेट नेटवर्क दे MOU साइन हुए हैं, पर इहदे नाल कोई रोजगारी तो नहीं पैदा हो रही ना। हस्पतालों ते उन्हां दे लई पेशेंट्स नूं उन्हां दा व्यापार है जी, उन्हां नूं पैसे पेशेंट्स आ रहे। पंजाब दे विच की पैसा लग रहा जी। जद कांग्रेस पार्टी दी पहली बार 2002 च सरकार बनी सी, बहुत सारे MOUs साइन हुए सी, पर वो MOUs की सी, वो सारे डेवलपर्स दे नाल सीगे, चाहे GMRC GV जो भी है, जो बड़े ओमैक्स सीगा, या सारे जो बड़ी बड़ी बिल्डिंग्स आई हैं जी, ਉਹਦੇ ਨਾਲ ਵੀ ਕੋਈ ਦਿਹਾੜੀ ਦਾ ਕੰਮ ਸੀ, ਇੰਡਸਟਰੀ ਤਾਂ ਪੈਦਾ ਨਹੀਂ ਹੋਈ ਜੀ। ਤੇ ਪੰਜਾਬ ਦੇ ਵਿੱਚ ਤੁਸੀਂ ਪੰਜਾਬ ਦਾ ਇਤਿਹਾਸ ਦੇਖ ਲਓ, ਇੱਥੇ ਜੋ ਵੀ ਪੈਸਾ ਲੱਗਿਆ ਉਹ ਇਸ ਸੈਕਟਰ 'ਚ ਲੱਗਿਆ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਕੋਈ ਰੋਜ਼ਗਾਰੀ ਨਹੀਂ ਮਿਲੀ ਜੀ। ਹਾਂ, ਬਿਲਡਿੰਗਾਂ ਬਣ ਗਈਆਂ, ਕਾਲਜਾਂ ਬਣ ਗਈਆਂ, ਸਕੂਲਾਂ ਬਣ ਗਈਆਂ, ਹਸਪਤਾਲ ਲੱਗੇ ਆ, ਪਰ ਪੰਜਾਬ ਦੇ ਜੋ ਜਨਤਾ ਜੋ ਪੰਜਾਬ ਦੇ ਵਿੱਚ ਜੋ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀ ਹੈ, ਜੋ ਰੋਜ਼ਗਾਰੀ ਚਾਹੁੰਦੀ ਹੈ, ਉਹਨਾਂ ਨੂੰ ਕੁਝ ਨਹੀਂ ਮਿਲਿਆ। ਬਿਲਕੁਲ ਠੀਕ ਹੈ ਜੀ। ਖੰਨਾ ਸਾਹਿਬ, ਮੈਂ ਇੱਕ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਥੋੜਾ ਸਮਾਂ ਪਹਿਲਾਂ ਸ਼ਾਮਲ ਹੋਏ ਹੋ। ਇਹਦੇ ਤੋਂ ਪਹਿਲਾਂ ਤੁਸੀਂ ਕਾਂਗਰਸ ਪਾਰਟੀ ਵੱਲੋਂ 2 ਵਾਰ MLA ਬਣੇ। ਕੀ ਉਦੋਂ ਕਦੇ ਉਹਨਾਂ ਨੂੰ ਬੇਨਤੀ ਪੱਤਰ ਕਿਤੇ ਆਪਣੇ ਲੀਡਰਾਂ ਨੂੰ ਮਾੜਾ ਮੋਟਾ ਕਿਤੇ ਅੰਦਰ ਵੜ ਕੇ ਕੁੰਡੀ ਲਾ ਕੇ ਕਿਹਾ ਸੀ ਕਿ ਭਾਈ ਆਪਣੀ ਹੀ ਕੇਂਦਰ 'ਚ ਸਰਕਾਰ ਹੈ, ਆਪਣੀ ਹੀ ਸੂਬੇ 'ਚ ਹੈ, ਕੁਛ ਨਾ ਕੁਛ ਲੈ ਆਓ ਇੱਥੇ ਇੰਡਸਟਰੀ ਦਾ, ਕੋਈ ਪੈਕੇਜ ਲੈ ਲਓ ਕੋਈ? ਬਟ ਸਰ ਦੇਖੋ, ਮੈਂ ਇਹਦੇ ਵਿੱਚ ਥੋੜਾ ਜਿਹਾ ਮੈਂ ਗੱਲ ਚੇਂਜ ਕਰਨਾ ਚਾਹੁੰਦਾ। ਪਲੀਜ਼। ਮੈਂ 14 ਦੇ ਵਿੱਚ ਕਾਂਗਰਸ ਪਾਰਟੀ ਦਾ MLA ਸੀ ਜੀ, ਮੈਂ ਇਸਤੀਫਾ ਦਿੱਤਾ ਜੀ। ਮੈਂ ਦਲ ਨਹੀਂ ਬਦਲਿਆ। ਬਿਲਕੁਲ ਠੀਕ ਹੈ। ਚੁੱਪ ਕਰਕੇ ਮੈਂ ਤਾਂ ਚੁੱਪ ਕਰਕੇ ਘਰੇ ਬਹਿ ਗਿਆ। ਮੈਂ ਕਾਂਗਰਸ ਪਾਰਟੀ ਮੌਜੂਦਾ MLA ਮੇਰੇ ਖਿਆਲ ਪੰਜਾਬ ਦੇ ਇਤਿਹਾਸ ਦੇ ਵਿੱਚ ਜੀ ਕੱਲਾ ਮੈਂ ਹੀ ਹਾਂ ਜਿਹਦੇ ਕੋਲ 3 ਸਾਲ ਬਕਾਇਦਾ ਸੀ ਜੀ। ਪਰ ਮੈਂ ਆਪਣੀ ਪਾਰਟੀ ਦੀ ਸੋਚ ਤੋਂ ਨਾਖੁਸ਼ ਹੋ ਕੇ ਘਰੇ ਬਹਿ ਗਿਆ। ਮੈਂ ਤਾਂ ਇਸਤੀਫਾ ਦੇ ਕੇ ਮੈਂ ਨਾ ਅਕਾਲੀ ਦਲ 'ਚ ਗਿਆ, ਉਹਨਾਂ ਦੀ ਸਰਕਾਰ ਸੀ। ਲੋਕ ਹੈਰਾਨ ਬਹੁਤ ਸੀ। ਹਾਂ, ਮੈਂ ਨਹੀਂ ਚਰਚਾ ਸੀ ਕਿ ਅਰਵਿੰਦ ਖੰਨਾ ਨੇ ਇਹ ਸੀਟ ਸੁਖਬੀਰ ਬਾਦਲ ਵਾਸਤੇ ਛੱਡਤੀ ਹੈ, ਬਹੁਤ ਚਰਚਾ ਸੀ। ਤੇ ਉਸ ਪਾਰਟੀ ਤੋਂ ਜਾ ਕੇ ਇਹਨਾਂ ਨੇ MP ਬਣਨਾ ਜਾਂ MLA ਬਣਨਾ, ਮੰਤਰੀ ਬਣਨਾ। ਨਹੀਂ, ਮੈਂ ਕਾਂਗਰਸ ਪਾर्टी जो नीतियां सी, खास करके पंजाब प्रति जी मैं दुखी सी। मैं इस्तीफा देके घरे बह गया। 6.5 साल मैं बिल्कुल पॉलिटिक्स तो दूर रहा जी। मैं पर पिछले कई सालों से खास करके जो 9 साल मोदी साहब की सरकार रही है, और मैं इस करके मैं नहीं कह रहा क्योंकि मैं बीजेपी का जो एक मैंबर है, कार्यकर्ता है, सच्चाई नाल मैं कहना तुहानूं पार्टी पद्धर तो उठ के, मैं हमेशा अपनी पॉलिटिक्स तुसीं देखी होनी है, मैं पार्टी पद्धर तो उठ के गल करदा। जो काम इस देश वास्ते मोदी साहब ने किया है, मेरे ख्याल में पिछले 70 साल किसी ने नहीं किया। जेन्युइनली मैं कहना, चाहे इंडस्ट्री की गल कर लो, चाहे इंफ्रास्ट्रक्चर की कर लो, चाहे मैडिकल की गल कर लो, हर पासे। और मेरे ख्याल में जिन्ना पंजाब दे विच मोदी साहब या बीजेपी कर सकती है, सानू मौका ही नहीं दिता गया, किसी ने हाले तक मौका नहीं मिला सानू कि आपां पंजाब दे विच मोदी साहब दे कोई काम करन दा उन्होंने मौका दीए जिहदे नाल पंजाब इस सुर च। पंजाब दा हाल बहुत माड़ा है, और अज मैं इस करके वापस आया क्योंकि मैनू एक ऐसी पार्टी दे विच काम करन दा मौका मिल रहा जिहदी सोच देश प्रति जी और हर सूबे प्रति पॉजिटिव आ। ਇਹ ਕੋਈ ਇਸ ਤਰੀਕੇ ਨਾਲ ਨਹੀਂ ਹੈ ਕਿ ਆਪਾਂ ਇਸ ਇਹਨਾਂ ਨੂੰ ਡਿਵੈਲਪ ਕਰਨਾ, ਇਹਨੂੰ ਨਹੀਂ ਡਿਵੈਲਪ ਕਰਨਾ। ਔਰ ਪੰਜਾਬ
देखो पंजाब एक बॉर्डर सूबा है जी, बहुत इंपॉर्टेंट है और ਤੁਹਾਨੂੰ ਪਤਾ ਹੈ ਇਸ ਪਾਸੇ ਮੋਦੀ ਸਾਹਿਬ ਦੀ ਕੋਈ ਕਿੰਤੂ ਪਰੰਤੂ ਨਹੀਂ ਹੈ ਉਹ ਜਿੰਨਾ ਹਿੰਦੁਸਤਾਨ ਦੇ ਬਾਰਡਰ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਉਸ ਤੋਂ ਬਾਅਦ ਮੈਂ ਕਹਾਂ ਕਿਸੇ ਨੇ ਨਹੀਂ ਕੀਤਾ ਹੋਇਆ ਤੇ ਇਸ ਕਰਕੇ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਜੀ ਕਿ ਪੰਜਾਬ ਸਟੇਬਲ ਰਹੇ ਪੰਜਾਬ ਦੇ ਵਿੱਚ ਵਿਕਾਸ ਆਏ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋ ਪੰਜਾਬ ਦੇ ਲੋਕਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਾ ਮੌਕਾ ਮਿਲੇ ਤੇ ਆਈ ਥਿੰਕ ਸਾਨੂੰ ਮੌਕਾ ਨਹੀਂ ਮਿਲਿਆ ਬਟ ਮੈਨੂੰ ਜੋ ਲੱਗ ਰਿਹਾ ਹੈ ਕਿ मैं पॉलिटिक्स से वापस करके आया जी क्योंकि मैंने लगता है कि बीजेपी इस देश ਨੂੰ ਅੱਗੇ ਬਹੁਤ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ ਔਰ ਇੱਥੇ ਕੰਮ ਕਰਨ ਦਾ ਸਵਾਦ ਵੀ ਆਊਗਾ ਤਾਂ ਮੌਕਾ ਵੀ ਮਿਲੇਗਾ ਠੀਕ ਹੈ ਜੀ ਖੰਨਾ ਸਾਹਿਬ ਮੈਂ ਇੱਕ ਚੀਜ਼ ਤੁਹਾਡੇ ਤੋਂ ਜ਼ਰੂਰ ਪੁੱਛਣੀ ਚਾਹੁੰਦਾ ਕਿ ਅੱਜ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਤੇ ਤੁਸੀਂ ਕਹਿੰਦੇ ਹੋ ਕਿ ਉਹਨਾਂ ਦੀ ਸੋਚ ਬੜੀ ਪੋਜ਼ਿਟਿਵ ਹੈ ਤੁਸੀਂ ਪਾਰਟੀ ਚੋਂ ਮੀਟਿੰਗਾਂ ਅਟੈਂਡ ਕਰਦੇ ਹੋ ਸੁੱਖ ਨਾਲ ਪੰਜਾਬ ਚ ਆਉਂਦੇ ਹੀ ਪੋਜੀਸ਼ਨ ਤੁਹਾਨੂੰ ਵਧੀਆ ਉਹਨਾਂ ਨੇ ਦਿੱਤੀ ਹੈ ਕਿ ਪਾਰਟੀ ਦੇ ਵਿੱਚ ਕੰਮ ਕਰਨ ਦੀ ਮੇਰਾ ਸਵਾਲ ਇਹ ਹੈ ਕਿ ਰੋਕਦਾ ਕੌਣ ਹੈ ਕੇਂਦਰ ਦੀ ਸਰਕਾਰ ਹੈ ਪੰਜਾਬ 'ਚ ਜਿਹੜੀ ਮਰਜ਼ੀ ਰਿਬੇਟ ਦੇਣ ਆਪਾਂ ਇਸ ਗੱਲ ਨੂੰ ਨਹੀਂ ਨਾ ਅੜੀਕ ਸਕਦੇ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਤੇ ਹੁਣ ਆਪਾਂ ਨਹੀਂ ਕਰਨਾ ਜਾਂ ਵਿਰੋਧੀ ਪਾਰਟੀ ਦੀ ਯਾਨੀ ਰੁਕਾਵਟ ਕਿੱਥੇ ਹੈ ਨਹੀਂ ਆਈ ਥਿੰਕ ਕਈ ਵਾਰ ਤੇ ਸੂਬੇ ਦੀ ਸਰਕਾਰ ਜਦ ਮੰਗ ਕਰੇਗੀ ਡਿਮਾਂਡ ਕਰੇਗੀ ਇਹ ਗੱਲ ਪੇਸ਼ ਕਰੇਗੀ ਤਾਂ ਹੀ ਜਾ ਕੇ ਸੈਂਟਰ ਦੇ ਨਾਲ ਤੁਸੀਂ ਦੇਖੋ ਜਦ ਤੱਕ ਸੈਂਟਰ ਨਾਲ ਤੁਸੀਂ ਮਿਲ ਕੇ ਨਹੀਂ ਚਲੋਗੇ ਕਿਸੇ ਵੀ ਸੂਬੇ ਦੀ ਡਿਵੈਲਪਮੈਂਟ ਨਹੀਂ ਹੋ ਸਕਦੀ ਤੁਸੀਂ ਸਾਰੇ ਜਿੱਥੇ ਬੀਜੇਪੀ ਦੀ ਸਰਕਾਰਾਂ ਬਣੀਆਂ ਸੂਬਿਆਂ ਦੇ ਵਿੱਚ ਚਾਹੇ ਹਰਿਆਣਾ ਹੋ ਚਾਹੇ ਉੱਤਰ ਪ੍ਰਦੇਸ਼ ਹੋ ਚਾਹੇ ਮੱਧ ਪ੍ਰਦੇਸ਼ ਹੋ ਉੱਥੇ ਤਰੱਕੀ ਬਹੁਤ ਵੱਡੇ ਪੱਧਰ ਦੀ ਹੋਈ ਹੈ ਇਹ ਸੋਚ ਹੁੰਦੀ ਹੈ ਪੋਲੀਟੀਕਲ ਸੋਚ ਹੁੰਦੀ ਹੈ ਮੇਰੇ ਖਿਆਲ ਮੇ ਨਾ ਕੈਪਟਨ ਸਾਹਿਬ ਦੀ ਸਰਕਾਰ ਨੇ और मैं मेरी सोच है आई एम नॉट श्योर पर ना कैप्टन साहब की सरकार ने ना अकाली सरकार ने और ना मान साहब की सरकार ने डिमांड भी की है जी एक मंग पत्र तो दो जी मोदी साहब ਨੂੰ मोदी सरकार ਨੂੰ कि जी पंजाब ਦੇ ਵਿੱਚ ਇੰਡਸਟਰੀ ਆਪਾਂ ਪੈਦਾ ਕਰਨਾ ਚਾਹੁੰਦੇ ਆ ਜੀ ਇਹਦੇ ਵਾਸਤੇ ਸਾਡੇ ਜੋ ਇੱਥੇ ਇੰਡਸਟਰੀਲਿਸਟ ਪੈਸਾ ਲਾਣਗੇ ਉਹਨਾਂ ਨੂੰ ਕੋਈ ਬੈਨੀਫਿਟ ਮਿਲਣਾ ਚਾਹੀਦਾ ਕੋਈ ਇਨਸੈਂਟਿਵ ਮਿਲਣਾ ਚਾਹੀਦਾ ਜੀ ਮੈਂ ਨਹੀਂ ਕਹਿੰਦਾ ਕਿ ਪਰਮਨੈਂਟ ਮਿਲੇ ਜੀ ਦੇਖੋ ਮੈਂ ਇੰਡਸਟਰੀਲਿਸਟ ਵੀ ਹਾਂ ਜੀ ਹੁਣ ਤੇ ਮੈਂ ਕੰਮ ਛੱਡਿਆ ਹੋਇਆ ਕਿਉਂਕਿ ਸਾਡਾ ਕੰਮ ਹੀ ਹੁਣ ਭਾਰਤੀ ਜਨਤਾ ਪਾਰਟੀ ਨੂੰ ਦੇ ਵਿੱਚ ਕੰਮ ਕਰਨ ਦਾ ਸਾਡਾ ਕੰਮ ਹੈ ਬਟ ਜਦ ਤੱਕ ਆਪਾਂ ਕਿਸੇ ਇੰਡਸਟਰੀਲਿਸਟ ਨੂੰ ਇਹ ਨਹੀਂ ਕਹਿਣਗੇ ਕਿ ਯਾਰ ਤੁਸੀਂ ਉੱਥੇ ਜਾ ਕੇ ਫੈਕਟਰੀ ਲਾਓ ਆਪਾਂ ਤੁਹਾਨੂੰ ਇਸ ਤਰੀਕੇ ਦੀ ਮਦਦ ਕਰਾਂਗੇ ਕੋਈ ਨਹੀਂ ਆ ਕੇ ਇੱਥੇ ਲਾਏਗਾ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਮਾਹੌਲ ਵੀ ਇੰਨਾ ਚੰਗਾ ਨਹੀਂ ਹੈ ਤੇ ਇੰਡਸਟਰੀਲਿਸਟ ਵੀ ਮਾਹੌਲ ਦੇਖੇਗਾ ਪਰ ਜਦ ਤੱਕ ਆਪਾਂ ਸੈਂਟਰ ਦੇ ਨਾਲ ਜੇ ਆਪਾਂ ਸੈਂਟਰ ਦੇ ਨਾਲ ਵਿਰੋਧ ਕਰਕੇ ਪੰਜਾਬ ਨੂੰ ਰੱਖਣਾ ਤੇ ਕਿੱਥੇ ਕੰਮ ਚੱਲਣਾ ਆਪਾਂ ਜਦ ਤੱਕ ਸੈਂਟਰ ਦਾ ਮਿਲ ਕੇ ਨਹੀਂ ਚਲਾਂਗੇ ਤਦ ਤੱਕ ਕਿੱਥੇ ਕੰਮ ਚੱਲ ਸਕਦਾ ਖੰਨਾ ਸਾਹਿਬ ਜੇ ਮੰਨ ਲਓ ਬਾਈ ਚਾਂਸ ਇਦਾਂ ਦਾ ਸਥਿਤੀ ਬਣਦੀ ਹੈ ਕਿ ਮਾਨ ਸਾਹਿਬ ਦੀ ਸਰਕਾਰ ਕੋ ਮੰਗ ਪੱਤਰ ਦੇ ਕੇ ਆਉਂਦੀ ਹੈ ਤੁਹਾਨੂੰ ਵੀ ਲੱਗਦਾ ਕਿ ਮੰਗ ਪੱਤਰ ਠੀਕ ਹੈ ਜੇ ਭਵਿੱਖ 'ਚ ਕਿਤੇ ਇਨ ਫਿਊਚਰ ਤੁਸੀਂ ਫਿਰ ਮਾੜਾ ਮੋਟਾ ਉਹਨਾਂ ਦਾ ਸਾਥ ਦੇ ਦਿਓ ਕਿ ਬੰਦੇ ਯਾਰ ਠੀਕ ਕਹਿੰਦੇ ਆ ਦੇ ਦਿਓ ਦੇਖੋ ਜੀ 100% ਠੀਕ ਹੈ ਜੀ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਭਲਾ ਚਾਹੁੰਦੀ ਹੈ ਚਾਹੇ ਆਪਾਂ ਆਪੋਜੀਸ਼ਨ 'ਚ ਹੈ ਚਾਹੇ ਸਾਡੇ ਕੋਲ 2 MLA ਹੈ ਜੀ ਉਹ ਗੱਲ ਨਹੀਂ ਹੈ ਗੱਲ ਹੈ ਪੰਜਾਬ ਨੂੰ ਬਚਾਈਏ ਆਪਾਂ ਪੰਜਾਬ ਦੇ ਵਿੱਚ ਅੱਜ ਧਰਮ ਤੋਂ ਉੱਠ ਕੇ ਜੀ ਸਾਨੂੰ ਪੋਲਿਟਿਕਸ ਕਰਨੀ ਹੈ ਪਾਰਟੀ ਪੋਲਿਟਿਕਸ ਚੋਂ ਉੱਠ ਕੇ ਸਾਨੂੰ ਪੰਜਾਬ ਨੂੰ ਬਚਾਉਣਾ ਹੈ ਔਰ ਜਿਸ ਮਾਹੌਲ ਦੇ ਵਿੱਚ ਪੰਜਾਬ ਗੁਜ਼ਰ ਰਿਹਾ ਜੀ ਜੇ ਇਹ ਓਪਰਚੁਨਿਟੀ ਆਪਾਂ ਮਿਸ ਕਰ ਲਾਂਗੇ ਨਾ ਤਾਂ ਪੰਜਾਬ ਨੂੰ ਬਚਾਉਣ ਦਾ ਬਹੁਤ ਮੁਸ਼ਕਿਲ ਦਾ ਕੰਮ ਹੋਣਾ ਹੈ ਦੇਖੋ ਤੁਸੀਂ ਇਹ ਵੀ ਦੇਖਿਆ ਹੋਣਾ ਹੈ ਕਿ ਅਮੀ ਤੁਹਾਨੂੰ ਪਤਾ ਹੀ ਹੋਣਾ WhatsApp ਕਿ ਮੋਦੀ ਸਾਹਿਬ ਨੇ ਐਜ਼ ਅ ਕਾਰਜਕਰਤਾ ਪੰਜਾਬ ਦੇ ਵਿੱਚ ਬਹੁਤ ਸਮਾਂ ਲਾਇਆ ਉਹ ਪੰਜਾਬ ਨਾਲ ਬਹੁਤ ਜੁੜੇ ਹੈ ਜੀ ਮੈਂ ਇਸ ਗੱਲਾਂ ਤੇ ਨਹੀਂ ਜਾਣਾ ਚਾਹੁੰਦਾ ਕਿ ਮੋਦੀ ਸਾਹਿਬ ਨੇ ਸਿੱਖਾਂ ਵਾਸਤੇ ਕੀ ਕੀਤਾ ਕਿਉਂਕਿ ਸਾਨੂੰ ਸਫਾਈ ਦੇਣ ਦੀ ਲੋੜ ਨਹੀਂ ਜੀ मोदी साहब ने जो इस देश वास्ते किया है एम्प्लॉयमेंट जो क्रिएट की है जो गरीबां वास्ते काम किए हैं वो सारे देश नूं पता है पंजाब दे विच भी वो करना चाहते पर कोई जाके डिमांड तो करे कोई पेपर तो दे मोदी साहब नूं कि यार मोदी साहब की सरकार तुसी आके पंजाब विच यह कर सकते हो जी तुहानूं याद होना टैक्सटाइल प्लांट आपां दित्ता सी हुणे जी सेंटर सरकार ने ऐलान किया सी टैक्सटाइल प्लांट जिहड़ा मत्तेवाड़ वाला जी कित्थे गया पॉलिटिक्स ਦੇ ਵਿੱਚ ਖਤਮ ਹੋ ਗਿਆ ਕਿਸਾਨਾਂ ਨੇ ਤੁਸੀਂ ਕਿਸਾਨਾਂ ਨੂੰ ਸੈਟੀਸਫਾਈ ਨਹੀਂ ਕਰ ਸਕਦੇ ਸੀ ਇਹ ਤਾਂ ਹੁਣ ਤਾਂ ਸੂਬੇ ਦੀ ਸਰਕਾਰ ਦੀ ਜ਼ਿੰਮੇਵਾਰੀ ਆਂਦੀ ਹੈ ਅਨਫੋਰਚੂਨਟਲੀ ਸਾਡੇ ਸੂਬੇ ਦੀ ਸਰਕਾਰ ਪ੍ਰੋਪਰਲੀ ਇਹਨੂੰ ਮੈਨੇਜ ਨਹੀਂ ਕਰ ਸਕੀ ਜੀ ਤੇ ਉਹ ਪਲਾਂਟ ਉਹ ਜਣੀ ਥਾਂ ਇਹਨਾਂ ਨੇ ਦੇਣਾ ਸੀ ਜਿਹੜਾ ਮਰਜ਼ੀ ਦਿੰਦੇ ਥਾਂ ਤੇ এনवायरमेंट ਵੀ ਤਾਂ ਮਾਹੌਲ ਵੀ ਤਾਂ ਬਣਾਉਣਾ ਸੀ ਮਾਹੌਲ ਵੀ ਤਾਂ ਦੇਣਾ ਸੀ ਕੱਲੇ ਥਾਂ ਨਾਲ ਤਾਂ ਕੰਮ ਨਹੀਂ ਹੋਣਾ ਸੀ ਪਰ ਇਹ ਸੈਂਟਰ ਸਰਕਾਰ ਦਾ ਪ੍ਰੋਜੈਕਟ ਸੀ ਇਹਦੇ ਨਾਲ ਕਿੰਨੇ ਮੇਰੇ ਖਿਆਲ ਵਿੱਚ ਲੱਖਾਂ ਬੱਚਿਆਂ ਨੂੰ ਰੋਜ਼ਗਾਰੀ ਮਿਲਦੀ ਇੰਡਸਟਰੀ ਪੈਦਾ ਹੁੰਦੀ ਉਹਦੇ ਨਾਲ ਜੋ ਆਪਾਂ ਕਹਿ ਰਹੇ ਸੀ ਐਂਟਰਪ੍ਰੀਨਿਓਰਸ਼ਿਪ ਪੈਦਾ ਹੁੰਦੀ ਜੀ ਗਵਾ ਲਿਆ ਆਪਾਂ ਖੰਨਾ ਸਾਹਿਬ ਤੁਸੀਂ ਕਿਹਾ ਧਰਮ ਤੋਂ ਉੱਪਰ ਉੱਠ ਕੇ ਗੱਲ ਕਰਨੀ ਚਾਹੀਦੀ ਹੈ ਕਿ ਸਾਨੂੰ ਸੋਚਣਾ ਪਊਗਾ ਪੰਜਾਬ ਸੂਬੇ ਬਾਰੇ
ਤੁਸੀਂ ਜਿਸ ਧੂਰੀ ਤੋਂ ਜਿੱਤੇ, ਸੰਗਰੂਰ ਤੋਂ ਜਿੱਤੇ, ਦੇਖਿਆ ਸਰ ਮਿਕਸ ਕਮਿਊਨਿਟੀ, ਜਾਣੀ ਕਿ ਸਾਰਾ ਭਾਈਚਾਰੇ ਨਾਲ ਰਹਿੰਦੇ ਨੇ ਉੱਥੇ ਲੋਕ। 2 ਵਾਰ ਤੁਸੀਂ MLA ਬਣੇ। ਮੈਂ ਜ਼ਰੂਰ ਇੱਕ ਸਵਾਲ ਤੁਹਾਡੇ ਤੱਕ, ਕਈ ਵਾਰੀ ਲੋਕਾਂ ਦੇ ਮਨਾਂ 'ਚ ਖਦਸ਼ਾ ਕਿ ਭਾਰਤੀ ਜਨਤਾ ਪਾਰਟੀ ਆ ਘੱਟ ਗਿਣਤੀ ਨਾਲ ਕਿੱਦਾਂ ਵਿਹਾਰ ਕਰੂ। ਤੁਸੀਂ ਮੀਟਿੰਗਸ ਦੇ ਵਿੱਚ ਜਾਂਦੇ ਹੋ, ਕੀ ਲੱਗਦਾ ਕਿ ਘੱਟ ਗਿਣਤੀਆਂ ਦੇ ਪ੍ਰਤੀ, ਜਿਹੜੇ ਸੂਬਿਆਂ 'ਚ ਘੱਟ ਗਿਣਤੀ ਲੋਕ ਨੇ, ਉਹਨਾਂ ਦੇ ਪ੍ਰਤੀ ਉਹਨਾਂ ਦੀ ਸੋਚ ਪੋਜ਼ਿਟਿਵ ਹੈ, ਹਾਂ ਪੱਖੀ ਹੈ, ਜਾਂ ਫਿਰ ਕਿਤੇ ਨਾ ਕਿਤੇ ਭਵਿੱਖ 'ਚ ਨੁਕਸਾਨ ਹੋ ਸਕਦਾ? नहीं देखो, ये तो मेरे ख्याल में बहुत घट लोग हैं जो इस तरीके का प्रचार करते हैं। अनफॉर्चुनेटली जो साडे कनेडा या अमरीका या इंग्लैंड च लोग बैठ के अग ला रहे हैं पंजाब दे विच, उन्हां दे परिवार तो उत्थे बैठे हैं। ठीक है जी, ठीक है जी। उन्हां दे परिवार उत्थे बैठे हैं, उन्हां दे बच्चे भी उत्थे बैठे हैं, ऐश और आराम सी जिंदगी बिता रहे हैं। अग जद लगदी है पंजाब ते, साडे बच्चे जो पंजाब च रह रहे हैं, साडे आम पिंडां दे विच जो बच्चे हैं, ਉਹਨਾਂ ਦੀ ਜ਼ਿੰਦਗੀ ਬਰਬਾਦ ਹੁੰਦੀ ਹੈ। ਮੈਂ ਉਹਨਾਂ ਨੂੰ ਕੰਪਲੀਟਲੀ ਦੋਸ਼ੀ ਠਹਿਰਾਉਂਦਾ। ਔਰ ਸਾਡੇ ਪੰਜਾਬ ਦੇ ਵਿੱਚ ਇਹ ਜੋ ਛੋਟੀ ਛੋਟੀ ਜੋ ਪਾਰਟੀਆਂ ਬਣੀ ਹੋਈਆਂ, ਜੋ ਆਪਣੇ ਆਪ ਨੂੰ ਕੋਈ ਸ਼ਿਵ ਸੈਨਾ ਕਹਿੰਦਾ, ਕੋਈ ਬਜਰੰਗ ਦਲ ਕਹਿੰਦਾ, ਜੋ ਕਿਸੇ ਦੇ ਨਾਲ ਉਹਨਾਂ ਦੀ ਐਫੀਲੀਏਸ਼ਨ ਨਹੀਂ, ਆਪਣੀ ਬਣਾਈ ਦੀ ਪਾਰਟੀ ਉਹਨਾਂ ਨੇ ਆਪਣੇ ਆਪ ਤੇ ਬਣਾ ਕੇ 4 ਬੰਦੇ ਨੂੰ ਇਕੱਠੇ ਕਰਕੇ कहता जी ਸਾਡੀ ਪਾਰਟੀ ਹੈ। ਮੇਰੇ ਖਿਆਲ ਮੈਂ ਇਲੈਕਸ਼ਨ ਕਮਿਸ਼ਨ ਦੇ ਵਿੱਚ ਤਾਂ ਉਹਨਾਂ ਦਾ ਨਾਮ ਤੇ ਨਿਸ਼ਾਨ ਵੀ ਨਹੀਂ ਹੈ। ਸੋਸ਼ਲ ਮੀਡੀਆ ਤੇ ਵੀਡੀਓ ਪਾਤੀ, ਹਾਂ ਵੀਡੀਓ ਪਾਤੀ, ਸੋਸ਼ਲ ਮੀਡੀਆ ਕਰਕੇ ਉਹਨਾਂ ਨੂੰ ਥੋੜੀ ਜਿਹੀ ਹੱਲਾਸ਼ਾਰੀ ਮਿਲ ਜਾਂਦੀ ਹੈ। ਇਹ ਸਾਰਿਆਂ ਨੂੰ ਅੰਦਰ ਕਰ ਦੇਣਾ ਚਾਹੀਦਾ। ਅੱਛਾ ਜੀ। ਪੰਜਾਬ ਦੇ ਵਿੱਚ ਇੱਕ ਹੀ ਮੁੱਦਾ ਜੀ, ਉਹ ਮੁੱਦਾ ਹੈ ਰੋਜ਼ਗਾਰੀ ਪੈਦਾ ਕਰਨੀ। ਠੀਕ ਹੈ ਜੀ। ਇੰਪਲੋਇਮੈਂਟ ਆਪਾਂ ਪੈਦਾ ਕਰੀਏ, ਸਾਡੇ ਬੱਚਿਆਂ ਨੂੰ ਰੋਜ਼ਗਾਰੀ ਦਾ ਮੌਕਾ ਦਈਏ। ਜੋ ਆਈਲੈਟਸ ਦੇ ਵਿੱਚ ਜੋ ਲਾਈਨਾਂ ਲੱਗੀਆਂ ਜੀ, ਇਹ ਲਾਈਨਾਂ ਬੰਦ ਹੋਣੀ ਚਾਹੀਦੀਆਂ। ਸਾਡੇ ਬੱਚਿਆਂ ਨੂੰ ਉੱਥੇ ਅੱਜ ਪਰ ਸਾਹਿਬ ਐਜ਼ ਅ ਜਰਨਲਿਸਟ ਤੁਹਾਨੂੰ ਸਾਰੀ ਦੁਨੀਆ ਦਾ ਪਤਾ ਕੀ ਹੋ ਰਿਹਾ, ਵਰਲਡ ਓਵਰ ਰਿਸੈਸ਼ਨ ਆ ਰਿਹਾ। ਜਦ ਸਾਡੇ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਦ ਗੋਰਿਆਂ ਨੂੰ ਘੱਟ ਨੌਕਰੀਆਂ ਮਿਲਣਗੀ, ਨਿਸ਼ਾਨਾ ਕੌਣ ਬਣੇਗਾ? ਸਾਡੇ ਬੰਦੇ ਬਣ। ਪਰ ਸਾਡੇ ਦੇਸ਼ ਦੇ ਵਿੱਚ ਇਕਨੋਮੀ ਸਾਡੀ ਚੰਗੀ ਚੱਲ ਰਹੀ ਹੈ, 7% ਅੱਜ ਵੀ ਇੰਡੀਆ ਦੀ ਗਰੋਥ ਰੇਟ ਆ। ਜੇ ਆਪਾਂ ਉਹ ਬੱਚਿਆਂ ਨੂੰ ਪੰਜਾਬ ਦੇ ਵਿੱਚ ਰੋਜ਼ਗਾਰੀ ਦੇ ਸਕਣਗੇ ਤਾਂ ਇਸ ਤੋਂ ਵਧੀਆ ਕੀ ਗੱਲ ਹੋ ਸਕਦੀ ਜੀ। ਤੇ ਇਸ ਕਰਕੇ ਸਾਡਾ ਇੱਕ ਹੀ ਧਰਮ ਹੋਣਾ ਚਾਹੀਦਾ, ਇੰਪਲੋਇਮੈਂਟ ਤੇ ਵਿਕਾਸ। ਇਹ ਮੇਰੀ ਸੋਚ ਹੈ। ਠੀਕ ਹੈ ਜੀ। ਅੱਛਾ ਖੰਨਾ ਸਾਹਿਬ, ਮੈਨੂੰ ਇੱਕ ਚੀਜ਼ ਦੱਸਿਓ ਕਿ ਭਵਿੱਖ ਦੇ ਵਿੱਚ, ਕਿਉਂਕਿ ਤੁਸੀਂ ਕਿਹਾ ਸੀ ਕਿ ਮੈਂ ਤਾਂ ਅਸਤੀਫਾ ਦੇਤਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਦੋਂ ਬੜੀ ਚਰਚਾ ਚੱਲਦੀ ਸੀ, ਖੰਨਾ ਸਾਹਿਬ ਤਾਂ ਇੱਧਰ ਗਏ, ਸੀਟ ਖਾਲੀ ਕਰਤੀ, ਵੱਡੇ ਲੀਡਰ ਨੂੰ ਐਡਜਸਟ ਕਰਨਾ ਤੇ ਤੁਹਾਨੂੰ ਉਹਨਾਂ ਦੇ ਕਰਕੇ ਵੱਡੇ ਅਹੁਦੇ ਦੇ ਉੱਤੇ ਭੇਜਣਾ। ਤੁਸੀਂ ਚੁੱਪ ਕਰ ਘਰੇ ਬੈਠ ਕੇ, ਲੋਕ ਇੱਥੇ ਟਿਕਟਾਂ ਦੇ ਲਈ ਮਾਰਾਮਾਰੀ ਕਰਦੇ ਹੁੰਦੇ, ਯਾਰ ਟਿਕਟ ਮਿਲ ਜਾਵੇ, ਤੁਸੀਂ ਸਭ ਕੁਝ ਛੱਡ ਕੇ ਬਹਿ ਗਿਆ ਸੀ। ਉਦੋਂ ਫਿਰ ਲੋਕਾਂ ਦੇ ਨਾਲ ਵੀ ਸੰਪਰਕ ਛੱਡ ਦਿੱਤਾ ਜਾਂ ਲੋਕਾਂ ਦੇ ਨਾਲ ਕੰਟੈਕਟ ਰਿਹਾ? ਨਹੀਂ, ਲੋਕਾਂ ਦੇ ਨਾਲ ਕੰਟੈਕਟ ਰਿਹਾ। ਮੇਰੀ ਸੰਸਥਾ ਉਮੀਦ ਸੰਸਥਾ ਵੀ ਚਲੀ ਇੱਕ ਪੱਧਰ ਤੇ। ਕਈ ਚੀਜ਼ਾਂ ਮੈਂ ਬੰਦ ਕਰਤੀ ਸੀ ਕਿਉਂਕਿ ਮੈਂ ਪੋਲੀਟੀਕਲੀ ਇਨਵੋਲਵਡ ਨਹੀਂ ਸੀ ਤੇ ਮੈਨੂੰ ਡਰ ਲੱਗਦਾ ਸੀ ਕਿ ਕੋਈ ਉੱਥੇ ਕੁਝ ਗਲਤ ਨਾ ਹੋ ਜਾਏ। ਪਰ ਕਈ ਚੀਜ਼ਾਂ ਜਿਵੇਂ ਇੰਪਲੋਇਮੈਂਟ ਸਕੀਮ ਸੀ ਸਾਡੀ, ਉਹ ਤਾਂ ਚੱਲਦੀ ਰਹਿੰਦੀ ਸੀ। ਦਵਾਈਆਂ ਪ੍ਰਤੀ ਮੈਂ ਉਹ ਦਵਾਈਆਂ ਜਦੋਂ ਕੰਮ ਸੀ ਉਹ ਬੰਦ ਕਰਤਾ, ਹੁਣ ਦੁਬਾਰਾ ਸ਼ੁਰੂ ਕੀਤਾ ਹੈ। ਬਟ ਆਈ ਥਿੰਕ ਦੇਖੋ, ਮੈਂ ਬਹੁਤ ਹੀ ਇਮੋਸ਼ਨਲ ਬੰਦਾ। ਠੀਕ ਹੈ ਜੀ। ਮੈਂ ਆਪਣੀ ਲਾਈਫ ਦੇ ਵਿੱਚ ਜੋ ਕੀਤਾ ਹੈ ਦਿਲੋਂ ਕੀਤਾ ਹੈ। ਜੇ ਦੋਸਤੀਆਂ ਮੈਂ ਨਿਭਾਈਆਂ ਤਾਂ ਦਿਲੋਂ ਨਿਭਾਈਆਂ। ਬਿਜ਼ਨਸ ਕੀਤਾ ਹੈ, ਜੋ ਜਿੱਥੇ ਇਮੋਸ਼ਨਲੀ ਇਨਵੋਲਵਡ ਸੀ ਉੱਥੇ ਮੈਂ ਇਮੋਸ਼ਨਲੀ ਕੰਮ ਕੀਤਾ। ਪੋਲੀਟਿਕਲੀ ਮੈਂ ਪੰਜਾਬ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਹੈ। ਉਹ ਪੰਜਾਬ ਨੂੰ ਮੈਂ ਖੁਸ਼ਹਾਲ ਦੇਖਣਾ ਚਾਹੁੰਦਾ। ਅੱਜ ਮੈਂ ਭਾਰਤੀ ਜਨਤਾ ਪਾਰਟੀ ਵਿੱਚ ਜੋ ਵੀ ਮੈਨੂੰ ਅਹੁਦਾ ਮਿਲਿਆ, ਜੋ ਵੀ ਮੈਨੂੰ ਰਿਸਪੈਕਟ ਮਿਲ ਰਹੀ ਹੈ, ਜੋ ਵੀ ਮੈਨੂੰ ਜ਼ਿੰਮੇਵਾਰੀਆਂ ਮਿਲ ਰਹੀਆਂ, ਮੈਂ ਬਹੁਤ ਖੁਸ਼ੀ ਨਾਲ ਕਰ ਰਿਹਾ ਕਿਉਂਕਿ ਮੈਨੂੰ ਇੱਕ ਅਟੈਚਮੈਂਟ ਫੀਲ ਕਰਦੀ ਜੀ। ਜਦ ਮੈਂ 14 ਦੇ ਵਿੱਚ ਅਸਤੀਫਾ ਦਿੱਤਾ ਸੀ, ਮੈਨੂੰ ਲੱਗ ਰਿਹਾ ਸੀ ਕਿ ਕਾਂਗਰਸ ਪਾਰਟੀ ਜੀ ਡਾਇਰੈਕਸ਼ਨਲੈਸ ਆ। ਅੱਛਾ, ਉਦੋਂ ਲੱਗਿਆ? ਹਾਂ। ਤੁਸੀਂ ਉਹਨਾਂ ਨੂੰ ਦੱਸਿਆ ਵੀ, ਇੱਕ ਦੋ ਵਾਰੀ ਸਮਝਾਇਆ ਵੀ ਮਾੜਾ ਮੋਟਾ ਕਿ ਨਹੀਂ? ਮੈਂ 2-3 ਮੀਟਿੰਗਾਂ ਕੀਤੀ। ਕੈਪਟਨ ਸਾਹਿਬ ਨੂੰ ਵੀ ਪਤਾ ਹੈ ਕਿਉਂਕਿ ਮੈਂ ਉਸ ਦਿਨਾਂ 'ਚ ਕੈਪਟਨ ਸਾਹਿਬ ਨੂੰ ਹਟਾਤਾ ਸੀ ਪ੍ਰਧਾਨਗੀ ਤੋਂ ਜੀ। ਬਟ ਮੈਂ ਉਹਨਾਂ ਨੂੰ ਵੀ 2-3 ਵਾਰ ਗੱਲ ਕੀਤੀ। ਉਹਨਾਂ ਨੇ 2-3 ਵਾਰ ਮੈਨੂੰ ਰੋਕਿਆ ਵੀ ਕਿ ਨਹੀਂ ਹਾਲੇ ਨਾ ਕਰ, ਹਾਲੇ ਨਾ ਕਰ। ਮੈਂ ਕਿਹਾ ਸਰ, ਜੇ ਤੁਹਾਨੂੰ ਇੱਜ਼ਤ ਨਹੀਂ ਦਿੱਤੀ ਇਸ ਪਾਰਟੀ ਨੇ, ਮੈਂ 14 ਦੀ ਗੱਲ ਕਰ ਰਿਹਾ, ਮੈਂ ਕੌਣ ਆ? ਤੁਸੀਂ ਤਾਂ ਮੁੱਖ ਮੰਤਰੀ ਰਹਿ ਚੁੱਕੇ ਇਸ ਪਾਰਟੀ ਦੇ। ਮੇਰੇ ਖਿਆਲ ਜੇ ਪਿੰਡਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਲੈ ਕੇ ਦੁਬਾਰਾ ਕੋਈ ਲੈ ਕੇ ਆਇਆ ਸੀ, ਉਹ ਕੈਪਟਨ ਅਮਰਿੰਦਰ ਸਿੰਘ ਸੀਗੇ। ਮੈਂ ਕਿਹਾ ਜੇ ਤੁਹਾਨੂੰ ਮਾਨ ਸਤਿਕਾਰ ਨਹੀਂ ਮਿਲ ਰਹੀ ਤਾਂ ਮੈਂ ਕੌਣ ਹੁੰਦਾ ਜੀ? ਤੇ ਮੈਂ ਬਿਲਕੁਲ ਮੈਂ ਬਹੁਤ ਨਿਰਾਸ਼ ਹੋ ਕੇ ਮੈਂ ਕਿਹਾ ਚਲੋ ਛੱਡੋ ਯਾਰ, ਜੇ ਦਿਲ ਨਹੀਂ ਆ ਜੀ, ਇਨਸਿਕਿਉਰਿਟੀ ਪੈਦਾ ਹੋ ਜਾਂਦੀ ਹੈ ਕਿ ਕਿੱਥੇ ਜਾ ਰਹੀ ਹੈ ਪਾਰਟੀ, ਕੀ ਕਰ ਰਹੇ ਆਪਾਂ। ਲੋਕ ਸਾਡੇ ਤੋਂ ਦੂਰ ਹਟ ਰਹੇ ਸੀ ਜੀ, ਤੇ ਇਸ ਕਰਕੇ ਮੈਂ ਕਿਹਾ ਚਲੋ ਛੱਡੋ। ਠੀਕ ਹੈ ਜੀ। ਖੰਨਾ ਸਾਹਿਬ, ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਹੁਣ ਕੀ ਹੈ? ਕਿਉਂਕਿ ਅਸੀਂ ਦੇਖਦੇ ਹਾਂ ਕਿ ਵੱਡੇ ਇਕੱਠ ਭਾਰਤੀ ਜਨਤਾ ਪਾਰਟੀ ਬਹੁਤੀ ਨਹੀਂ ਕਰ ਰਹੀ, ਪਰ ਕੇਂਦਰੀ ਮੰਤਰੀ ਆ ਜਾਂਦੇ, ਸਾਨੂੰ ਦੂਜੇ ਦਿਨ ਕਈ ਵਾਰੀ ਪਤਾ ਲੱਗਦਾ ਹੈ ਕੇਂਦਰੀ ਮੰਤਰੀ ਇਸ ਹਲਕੇ 'ਚ ਆ ਗਏ, ਮੈਂਬਰ ਪਾਰਲੀਮੈਂਟ ਆ ਗਏ, ਆਹ ਹੁਣ ਪ੍ਰੋਗਰਾਮ ਦੇ ਦਿੱਤਾ। ਜਾਣੀ ਕਿੱਦਾਂ ਦੀ ਰਣਨੀਤੀ ਲੈ ਕੇ ਚੱਲ ਰਹੀ ਤੇ ਟਾਰਗੇਟ ਕੀ ਨੇ ਬੀਜੇਪੀ ਦੇ? ਦੇਖੋ,
जहाँ तक मेरी सोच है, भारतीय जनता पार्टी खास करके मोदी साहब ਤੇ ਅਮਿਤ ਸ਼ਾਹ ਜੀ ਪੰਜਾਬ ਪ੍ਰਤੀ ਬਹੁਤ ਚਿੰਤਿਤ ਹੈ। ਉਹ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਆ। ਅਮਿਤ ਸ਼ਾਹ ਜੀ ਖਾਸ ਕਰਕੇ ਇੱਕ ਨਸ਼ਾ ਯਾਤਰਾ ਵੀ ਕਰਨਾ ਚਾਹੁੰਦੇ ਆ ਜੀ। ਉਹਦਾ ਸਮਾਂ ਆਪਾਂ ਦੇਖ ਰਹੇ ਕਦ। ਗੱਲ ਇਹ ਹੈ ਕਿ ਜੋ ਨਸ਼ਾ ਕਰ ਰਹੇ ਉਹਨਾਂ ਦੇ ਖਿਲਾਫ ਨਹੀਂ, ਪਰ ਜੋ ਨਸ਼ਾ ਵੇਚ ਰਹੇ ਆ ਜੀ ਉਹਨਾਂ ਦੇ ਖਿਲਾਫ ਆਪਾਂ ਬਿਲਕੁਲ ਜ਼ੋਰ ਸ਼ੋਰ ਨਾਲ ਆਪਾਂ ਦਬਾਅ ਲਗਾਉਣਾ ਚਾਹੁੰਦੇ, ਬੰਦ ਕਰਾਉਣਾ ਚਾਹੁੰਦੇ। ਔਰ ਇਹ ਗੱਲ ਜੇ ਅੱਜ ਕੋਈ ਹੋਰ ਪੋਲੀਟੀਸ਼ੀਅਨ ਕਹੇ ਦੂਜੀ ਪਾਰਟੀ ਦਾ ਕੋਈ ਯਕੀਨ ਨਹੀਂ ਕਰੇਗਾ। ਪਰ ਜੇ ਅਮਿਤ ਸ਼ਾਹ ਜੀ ਇਸ ਗੱਲ ਨੂੰ ਕਹਿਣ ਕਿ ਜੀ ਮੈਂ ਨਸ਼ਾ ਬੰਦ ਕਰ ਦਾਂਗਾ ਜੀ, ਤੇ ਮੇਰੇ ਖਿਆਲ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਲੋਕ ਅੱਜ ਯਕੀਨ ਕਰਨਗੇ ਕਿ ਜੇ ਨਸ਼ਾ ਕੋਈ ਬੰਦ ਕਰ ਸਕਦਾ ਤਾਂ ਪੰਜਾਬ ਦੇ ਵਿੱਚ ਨਸ਼ਾ ਵੇਚਣਾ ਜੀ, ਉਹ ਨਸ਼ਾ ਅਮਿਤ ਸ਼ਾਹ ਜੀ ਬੰਦ ਕਰ ਸਕਦੇ ਹਨ। ਉਹਨਾਂ ਨੂੰ ਇਸ ਪਾਸੇ ਬਹੁਤ ਚਿੰਤਾ ਹੈ। ਜੋ ਪਾਕਿਸਤਾਨ ਤੋਂ ਨਸ਼ਾ ਆ ਰਿਹਾ ਹੈ, ਜੋ ਬਾਕੀ ਵੀ ਨਸ਼ਾ ਇੱਥੇ ਜੋ ਸਿੰਥੈਟਿਕ ਨਸ਼ਾ ਵਿਕ ਰਿਹਾ, ਉਹਦੇ ਪ੍ਰਤੀ ਉਹ ਲੜਾਈ ਲੜਨਾ ਚਾਹੁੰਦੇ। ਤੇ ਸਾਡੇ ਪੰਜਾਬ ਦੇ ਵਿੱਚ ਬੀਜੇਪੀ ਦੇ ਦੋ ਮੇਨ ਹੈ, ਇੱਕ ਤਾਂ ਨਸ਼ਾ ਨੂੰ ਜੀ ਆਪਾਂ ਕਿਵੇਂ ਬੰਦ ਕਰੀਏ, ਤਾਂ ਜੋ ਨਸ਼ਾ ਛੱਡ ਕੇ ਜੋ ਮੁੰਡੇ ਬੱਚੇ ਨਸ਼ਾ ਛੱਡਣਗੇ ਤੇ ਫਿਰ ਉਹਨਾਂ ਦੇ ਵਪਾਰ ਹੋਣਾ ਚਾਹੀਦਾ, ਬਿਜ਼ਨਸ ਹੋਣਾ ਚਾਹੀਦਾ। ਕਿਉਂਕਿ ਜੋ ਬੰਦਾ ਵਿਹਲਾ ਹੈ ਉਹ ਤਾਂ ਫਿਰ ਗਲਤ ਰਾਸਤੇ ਚਲੇ ਜਾਊਗਾ। ਤੇ ਇਸ ਕਰਕੇ ਉਹ ਸੈਂਟਰ ਸਰਕਾਰ, ਮੈਨੂੰ ਯਕੀਨ ਹੈ ਬੀਜੇਪੀ ਕੁਛ ਉਸ ਪਾਸੇ ਸੋਚ ਰਹੀ ਹੈ ਕਿ ਆਪਾਂ ਪੰਜਾਬ ਦੇ ਵਿੱਚ ਇੰਡਸਟਰੀ ਕਿਵੇਂ ਪੈਦਾ ਕਰੀਏ ਜੀ। ਤੇ ਇਸ ਕਰਕੇ ਉਹ ਮੈਂ ਵਾਪਸ ਚਲੇ ਜਾਣਾ ਟੈਕਸਟਾਈਲ ਪਾਰਕ ਬਾਰੇ, ਤੇ ਇਹ ਮਾਹੌਲ ਬਣਾਉਣ ਦੀ ਲੋੜ ਹੈ। ਆਪਾਂ ਕੋਸ਼ਿਸ਼ ਕਰ ਰਹੇ ਹਾਂ। ਬੀਜੇਪੀ ਪੰਜਾਬ ਦੇ ਵਿੱਚ ਆਪਣੇ ਜੈਸੇ ਤੁਸੀਂ ਜਾਣਦੇ ਹੋ ਆਪਣਾ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬੀਜੇਪੀ ਬ੍ਰਾਂਡ ਤਾਂ ਬੜੀ ਪੁਰਾਣੀ ਆ ਜੀ, ਪਰ ਪੰਜਾਬ ਦੇ ਵਿੱਚ ਆਪਾਂ ਨਵੇਂ ਆ। ਪਿਛਲੇ 30 ਸਾਲ ਅਮਨ ਸ਼ਾਂਤੀ ਦਾ ਮਾਹੌਲ ਰੱਖਣ ਵਾਸਤੇ ਇੱਕ ਬਹੁਤ ਛੋਟੇ ਪੱਧਰ ਤੇ ਆਪਾਂ ਅਕਾਲੀ ਦਲ ਨਾਲ ਸਮਝੌਤਾ ਕੀਤਾ ਸੀ। ਵੱਡੀ ਪਾਰਟੀ ਅਕਾਲੀ ਦਲ ਸੀ, ਬੀਜੇਪੀ ਗਿਣੀ ਚੁਣੀ ਐਮਐਲਏ ਲੜਦੇ ਸੀ। ਅੱਜ ਆਪਾਂ 117 ਐਮਐਲਏ ਸੀਟਾਂ ਤੇ ਲੜਨਾ ਚਾਹੁੰਦੇ, 13 ਤੇ 13 ਪਾਰਲੀਮੈਂਟ ਸੀਟਾਂ ਤੇ ਲੜਨਾ ਚਾਹੁੰਦੇ। ਲੋਕ ਸਾਡੇ ਕੰਨੀ ਦੇਖ ਰਹੇ, ਲੋਕ ਸਾਨੂੰ ਸੁਣਨਾ ਚਾਹੁੰਦੇ ਆ। ਲੋਕ ਗੱਲ ਸੁਣਦੇ ਪਿੰਡਾਂ ਚ? ਹਾਂ, ਮੇਰੇ ਪਿੰਡਾਂ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਮੀਟਿੰਗਸ ਹੁੰਦੀਆਂ ਜੀ। ਮੈਂ ਦੇਖ ਰਿਹਾ ਬਾਕੀ ਵੀ ਸੋਸ਼ਲ ਮੀਡੀਆ ਤੇ, ਔਰ ਮੈਨੂੰ ਘੁੰਮਣ ਦਾ ਵੀ ਮੌਕਾ ਮਿਲਦਾ। ਮੈਂ ਬਠਿੰਡਾ ਵੀ ਜਾਂਦਾ, ਮਾਨਸਾ ਵੀ ਜਾਂਦਾ, ਅੰਮ੍ਰਿਤਸਰ ਵੀ ਜਾਂਦਾ। ਠੀਕ ਹੈ ਜੀ। ਕਈ ਸਾਰੇ ਪਿੰਡਾਂ ਦੇ ਲੋਕ, ਜੱਟ ਪਰਿਵਾਰਾਂ ਦੇ ਲੋਕ ਕਿਸਾਨ ਅੰਦੋਲਨ ਤੋਂ ਬਾਅਦ ਵੀ, ਕਿਸਾਨ ਅੰਦੋਲਨ ਤੋਂ ਬਾਅਦ ਹੀ ਜੀ ਅੱਜ ਪਾਰਟੀ ਦੇ ਵਿੱਚ ਜੁੜਨਾ ਚਾਹੁੰਦੇ ਔਰ ਜੁੜ ਰਹੇ ਆ। ਠੀਕ ਹੈ ਜੀ। ਬੋਨੀਆ ਜਨਾਲਾ ਹੋਣੇ ਜੁੜੇ ਆ। ਐਸੇ ਲੋਕ ਜੁੜਨਾ ਚਾਹੁੰਦੇ ਜੋ ਪੰਜਾਬ ਦੇ ਭਲੇ ਚਾਹੁੰਦੇ, ਜੋ ਪਿੰਡਾਂ 'ਚ ਰਹਿੰਦੇ। ਸਾਡਾ ਸੰਗਰੂਰ, ਜਿਵੇਂ ਤੁਸੀਂ ਭਾਟ ਸਾਹਿਬ ਪਹਿਲੇ ਕਹਿ ਰਹੇ ਸੀ, ਧੂਰੀ, ਸੰਗਰੂਰ, ਇਹ ਸਾਰਾ ਇਲਾਕਾ ਤੇ ਪਿੰਡੂ ਇਲਾਕਾ ਜੀ। ਮੈਨੂੰ ਬਹੁਤ ਵੱਡੇ ਪੱਧਰ ਤੇ ਉੱਥੇ ਲੋਕ ਮੇਰੇ ਨਾਲ ਜੁੜ ਰਹੇ ਆ ਤੇ ਮੇਰੇ ਖਿਆਲ ਵਿੱਚ ਉਹ ਪਾਰਟੀ ਨੂੰ ਸੁਣਨਾ ਚਾਹੁੰਦੇ, ਪਾਰਟੀ ਦੇ ਵਿੱਚ ਆਉਣਾ ਚਾਹੁੰਦੇ। ਸਾਡੀ ਤਿਆਰੀ ਹੈ ਜੀ, ਉਹ ਤਿਆਰੀ ਆਪਾਂ ਕਰ ਰਹੇ ਹਾਂ ਕਿ ਜਦ ਲੋਕ ਛੱਡ ਕੇ ਸਾਡੇ ਕੰਨੀ ਦੇਖਣਗੇ ਜੀ, ਆਪਾਂ ਉਹਨਾਂ ਨੂੰ ਪਾਰਟੀ ਦੇ ਵਿੱਚ ਖੁੱਲੇ ਆਰਮਸ ਨਾਲ ਆਪਾਂ ਉਹਨਾਂ ਨੂੰ ਸਵੀਕਾਰ ਕਰਾਂਗੇ ਤੇ ਉਹਨਾਂ ਨੂੰ ਸ਼ਾਮਿਲ ਕਰਾਂਗੇ ਤੇ ਜਾ ਕੇ ਪਾਰਟੀ ਬਣੇਗੀ। ਖੰਨਾ ਸਾਹਿਬ, ਕੀ ਇੱਕ ਤਾਂ ਹੁੰਦਾ ਕਿ ਚੀਜ਼ਾਂ ਚੁਣ ਕੇ ਲਈਦੀਆਂ ਕਿ ਭਾਈ ਆਹ ਠੀਕ ਹੈ, ਇਹ ਵੀ ਠੀਕ ਹੈ, ਇਹ ਆਪਾਂ, ਕਿਉਂਕਿ ਜੇ ਆਪਾਂ ਬੈਂਗਣ ਵੀ ਖਰੀਦਣ ਜਾਈਏ ਨਾ, ਆਪਾਂ 7-8 ਹਰੀ ਦਾ ਘੁਮਾ ਕੇ ਦੇਖਦੇ ਹਾਂ ਕਿ ਠੀਕ ਹੈ। ਕਿਤੇ ਇਦਾਂ ਤਾਂ ਨਹੀਂ ਕਿ ਦਰਵਾਜ਼ਾ ਖੋਲ ਦਿੱਤਾ ਯਾਰ ਜਿਹਨੇ ਆਉਣਾ ਆ ਜਾਓ, ਹੁਣ ਆ ਜਾਓ ਕੱਲ। ਐਸੀ ਗੱਲ ਨਹੀਂ ਹੈ, ਐਸੀ ਗੱਲ ਨਹੀਂ। ਤੁਮ ਮੇਰੇ ਖਿਆਲ ਕਈ ਲੋਕ, ਕਈ ਨਿਊਜ਼ ਚੈਨਲਸ ਨੂੰ, ਪੱਤਰਕਾਰਾਂ ਨੂੰ ਇਹ ਮਹਿਸੂਸ ਹੁੰਦਾ, ਪਰ ਨਹੀਂ, ਐਸੀ ਗੱਲ ਨਹੀਂ ਹੈ। ਆਪਾਂ ਬੜੇ ਧਿਆਨ ਨਾਲ ਪੰਜਾਬ ਦੇ ਭਲੇ ਵਾਸਤੇ, ਪਾਰਟੀ ਦੇ ਭਲੇ ਵਾਸਤੇ, ਠੀਕ ਹੈ ਜੀ, ਸੋਚ ਸਮਝ ਕੇ ਆਪਾਂ ਇਹ ਕੰਮ ਕਰਾਂਗੇ। ਠੀਕ ਹੈ ਜੀ। ਐਂਡ ਮੈਨੂੰ ਯਕੀਨ ਹੈ ਕਿ ਤੁਸੀਂ ਦੇਖਣਾ ਕਿ ਜੋ ਵੀ ਲੋਕ ਪਾਰਟੀ ਵਿੱਚ ਸ਼ਾਮਿਲ ਹੋਏ ਆ ਉਹਨਾਂ ਦੀ ਛਵੀ ਚੰਗੀ ਹੈ। ਦੇਖੋ, ਕਿਸੇ ਦੇ ਉੱਪਰ ਛੀਟੇ ਤੋਂ ਕੋਈ ਵੀ ਉਠਾ ਸਕਦਾ ਹੈ। ਇਹ ਗੱਲਾਂ ਪ੍ਰੂਵ ਹੁੰਦੀ। ਅੱਜ ਮਾਨ ਸਰਕਾਰ ਦੀ ਇੱਕ ਹੀ ਮੁੱਦਾ ਬੇਸਿਕਲੀ ਕਿ ਹਰੇਕ ਨੂੰ ਵਿਜੀਲੈਂਸ ਦੀ ਇਨਕੁਆਇਰੀ, ਮੈਂ ਦੇਖਾਂਗਾ ਜਦ ਕਾਨੂੰਨ ਉਹਨਾਂ ਨੂੰ ਪ੍ਰੋਸੀਕਿਊਟ ਕਰਦਾ ਤਾਂ ਹੀ ਜਾ ਕੇ ਬੰਦੇ ਦੀ ਜੱਜ ਸਾਹਿਬ ਫੈਸਲਾ ਦੇਣਗੇ। ਹਾਂ, ਜੱਜ ਸਾਹਿਬ ਫੈਸਲਾ ਦਿੰਦੇ ਆ ਤਾਂ ਜਾ ਕੇ ਕਿਸੇ ਦੇ ਖਿਲਾਫ ਕੁਝ ਵੀ ਕਹਿਣਾ ਹੋ, ਕੋਈ ਵੀ ਕਹਿ ਪਰਚਾ ਤੋਂ ਤੁਸੀਂ ਕਿਸੇ ਦੇ ਖਿਲਾਫ ਬਣਾ ਸਕਦੇ ਹੋ। ਤੇ ਇਸ ਕਰਕੇ ਮੈਂ ਉਸ ਗੱਲ ਤੇ ਨਹੀਂ ਜ਼ਿਆਦਾ ਟਿੱਪਣੀ ਦੇਣਾ ਚਾਹੁੰਦਾ, ਪਰ ਮੈਨੂੰ ਲੱਗਦਾ ਜੋ ਵੀ ਦੂਜੀ ਪਾਰਟੀਆਂ 'ਚ ਸਾਡੀ ਪਾਰਟੀ ਵਿੱਚ ਸ਼ਾਮਿਲ ਹੋਏ ਆ, ਉਹਨਾਂ ਸਾਰਿਆਂ ਦਾ ਦਬਦਬਾ ਹੈਗਾ, ਲੋਕ ਉਹਨਾਂ ਦੇ ਨਾਲ ਹੈਗੇ, ਔਰ ਮੈਨੂੰ ਲੱਗਦਾ ਪਾਰਟੀ ਦਾ ਉਹਨਾਂ ਦਾ ਫਾਇਦਾ ਹੋਣਾ। ਅੱਛਾ ਖੰਨਾ ਸਾਹਿਬ, ਇੱਕ ਚੀਜ਼ ਮੈਨੂੰ ਹੋਰ ਜ਼ਰੂਰ ਦੱਸਿਓ। ਜਦੋਂ 2022 ਦੀ ਚੋਣ ਸੀ ਨਾ, ਇਲੈਕਸ਼ਨ ਸੀ, ਉਦੋਂ ਆਮ ਆਦਮੀ ਪਾਰਟੀ ਜਿੱਥੇ ਵੀ ਕਿਤੇ ਉਹ ਜਾਂਦੇ ਸੀ, ਚਾਹੇ ਭਗਵੰਤ ਮਾਨ ਸਾਹਿਬ, ਚਾਹੇ ਕੇਜਰੀਵਾਲ ਸਾਹਿਬ, ਉਹ ਇੱਕੋ ਹੀ ਕਹਿੰਦੇ ਸੀ ਕਿ ਅਸੀਂ ਦਿੱਲੀ 'ਚ ਕੀਤਾ, ਤੁਸੀਂ ਟੈਲੀਫੋਨ ਕਰਕੇ ਪੁੱਛ ਲਓ, ਉੱਥੋਂ ਤੁਹਾਨੂੰ ਤੁਹਾਡੇ ਰਿਸ਼ਤੇਦਾਰ, ਯਾਰ ਦੋਸਤ ਦੱਸ ਦੇਣਗੇ ਕਿ ਬਹੁਤ ਵਧੀਆ ਕੰਮ ਆ, ਤੇ ਜੇ ਪੰਜਾਬ ਵਾਲੇ ਉਹ ਚੰਗਾ ਲੱਗਦਾ ਤਾਂ ਵੋਟਾਂ ਪਾ ਦਿਓ। ਕੀ
ਭਾਰਤੀ ਜਨਤਾ ਪਾਰਟੀ ਜਿਹਦੇ ਕੋਲੇ ਅੱਜ ਭਾਰਤ ਦੇ ਅੱਧੇ ਤੋਂ ਵੱਧ ਸੂਬਿਆਂ ਦੇ ਵਿੱਚ ਸਰਕਾਰਾਂ, ਕੀ ਕਿਸੇ ਇੱਕ ਸਟੇਟ ਦੀ ਕੋਈ ਐਗਜ਼ਾਮਪਲ ਤੁਸੀਂ ਪੰਜਾਬ ਦੇ ਵਿੱਚ ਅਗਲੀਆਂ ਲੋਕ ਸਭਾ ਚੋਣਾਂ 'ਚ ਦੇ ਸਕੋਗੇ ਕਿ ਦੇਖੋ ਜੀ ਸਾਡੀ ਉੱਥੇ ਸਰਕਾਰ ਸੀ, ਅਸੀਂ ਚੰਗਾ ਕੰਮ ਕੀਤਾ, ਪੰਜਾਬ ਦੇ ਲੋਕੋ ਉੱਥੋਂ ਪੁੱਛ ਲਓ, ਜੇ ਚੰਗਾ ਲੱਗਾ ਤਾਂ ਵੋਟਾਂ ਪਾ ਦਿਓ? देखो ये दो चीज़ें हैं जी। एक तो दिल्ली जो उदाहरण देता जी आम आदमी पार्टी ने, वो गलत उदाहरण सी। दिल्ली तो एक म्यूनिसिपैलिटी आ, बहुत वड्डी म्यूनिसिपैलिटी आ, इस देश की राजधानी आ, उत्थे केंद्र सरकार का बहुत जोर होता है कि दिल्ली चंगा लगे, क्योंकि सारे जो विलायत तो लोग आते हैं वो पहले दिल्ली आते हैं जी। तो इस करके उत्थे सेंट्रल सरकार की बहुत इन्वॉल्वमेंट होती है। कई ऐसी चीज़ें हैं, कई हस्पताल हैं, स्कूल्स हैं जो सेंट्रल सरकार थले चल रही हैं जी, वो केजरीवाल सरकार थले नहीं चल रही। तो इस करके वो उदाहरण जो इन्होंने दिता और जो लोगों ने फोन करके पता भी किया होना जी, ਉਹਦੇ ਵਿੱਚ ਕ੍ਰੈਡਿਟ ਜ਼ਿਆਦਾ ਮਿਲਿਆ ਕੇਜਰੀਵਾਲ ਸਾਹਿਬ ਨੂੰ, ਹਕੀਕਤ ਕੁਝ ਹੋਰ ਸੀ ਜੀ। ਮੈਨੂੰ ਯਾਦ ਹੈ ਭਾਟ ਸਾਹਿਬ, ਮੈਂ ਜਦ 2002 ਦੀ ਚੋਣ ਲੜ ਰਿਹਾ ਸੀ ਜੀ, ਮੈਂ ਉਦਾਹਰਨ ਦਿੰਦਾ ਸੀ ਲੋਕਾਂ ਨੂੰ ਕਿ ਜੀ ਧਿਆਨ ਰੱਖਣਾ, ਆਪਣੀ ਵੋਟ ਦਾ ਚੰਗਾ ਇਸਤੇਮਾਲ ਕਰਨਾ, ਕहीं ਪੰਜਾਬ ਯੂਪੀ ਨਾ ਬਣ ਜਾਏ। ਹਾਂ ਬਿਲਕੁਲ, ਠੀਕ ਹੈ, ਤੁਸੀਂ ਖੁਦ ਕਹਿੰਦੇ ਸੀ, ਮੈਂ ਖੁਦ ਕਹਿੰਦਾ ਸੀ। ਤੇ ਅੱਜ ਯੂਪੀ ਕਿੱਥੇ ਆ? ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, योगी आदित्यनाथ जी मुख्यमंत्री हैं, 5 साल हुए हैं, कितने तो कितने यूपी चला गया और कितने पंजाब रह गया। गुजरात 27 साल, मध्य प्रदेश, महाराष्ट्र, ये सारी जगह जिथे भी भारतीय जनता पार्टी की सरकार बनी वो दोबारा ते तीजी बार ते चौथी बार इस करके बन रही है क्योंकि सच्चाई नाल उस सूबिया दे विच डेवलपमेंट हुई है, लोगों को नौकरियां मिली हैं, विकास हुआ है। ਤੇ ਇਸ ਕਰਕੇ ਉਦਾਹਰਨ ਤੇ ਸਾਡੇ ਕੋਲ ਬਥੇਰੇ ਆ। ਹੁਣ ਪੰਜਾਬ ਦੇ ਵਿੱਚ ਵੀ ਆਪਾਂ ਇਹ ਉਦਾਹਰਨ ਲੈ ਕੇ ਆਵਾਂਗੇ, ਸਮਾਂ ਆਂਦੋ, ਬਟ ਆਈ ਥਿੰਕ ਲੋਕ ਜਿਵੇਂ ਮੈਂ ਕਹਿ ਰਿਹਾ ਸਾਡੇ ਕਨੀ ਦੇਖਣਾ ਚਾਹੁੰਦੇ ਆ। ਠੀਕ ਹੈ ਜੀ, ਸਾਨੂੰ ਤਿਆਰੀ ਕਰਨੀ ਚਾਹੀਦੀ ਹੈ ਜਿੰਨੀ ਕੁ ਹੋ ਸਕਦੀ ਹੈ, ਵੱਧ ਤੋਂ ਵੱਧ। ਠੀਕ ਹੈ ਖੰਨਾ ਸਾਹਿਬ, ਮੈਂ ਇੱਕ ਚੀਜ਼ ਹੋਰ ਥੋੜੀ ਪੁੱਛਣੀ ਚਾਹੁੰਦਾ। ਪਿਛਲੇ ਸਮੇਂ 'ਚ ਨਾ ਬਹੁਤ ਵੱਡਾ ਇੱਕ ਰੌਲਾ ਰੱਪਾ ਪਿਆ ਸੀ, ਸਾਨੂੰ ਵੀ ਕਦੇ ਕਦੇ ਡਰ ਲੱਗਦਾ ਪੰਜਾਬ ਦੇ ਵਿੱਚ। ਠੀਕ ਹੈ, ਤੁਸੀਂ ਰੁਜ਼ਗਾਰ ਦੇ ਉੱਤੇ ਸਭ ਤੋਂ ਵੱਧ ਜ਼ੋਰ ਦਿੱਤਾ, ਮੈਨੂੰ ਚੰਗਾ ਲੱਗਾ ਕਿ ਸਾਡੇ ਕੋਲ ਕੰਮ ਹੋਊਗਾ, ਵੇਲ ਘੱਟ ਹੋਊਗਾ, ਨਸ਼ੇ ਵੱਲ ਧਿਆਨ ਨਹੀਂ ਜਾਊਗਾ, ਚੀਨੀਆਂ ਨਹੀਂ ਕੋਈ ਖੋਊਗਾ, ਲੁੱਟ ਖੋਹ ਘਟੂਗੀ, ਸਾਰਾ ਕੁਝ ਠੀਕ ਹੋਊਗਾ। ਪਰ ਇੰਡਸਟਰੀ ਨੂੰ ਰੁਜ਼ਗਾਰ ਦੇਣਾ, ਪਿੱਛੇ ਜਿਹਾ ਬਹੁਤ ਰੌਲਾ ਪਿਆ ਸੀ ਜੀ। ਇੰਡਸਟਰੀਲਿਸਟ ਜਿਹੜੇ ਹੁੰਦੇ ਆ ਉਹ ਵਾਤਾਵਰਣ ਦੀ ਪਰਵਾਹ ਨਹੀਂ ਜੀ ਕਰਦੇ, ਉਹਨਾਂ ਨੇ ਬੁੱਢਾ ਨਾਲਾ ਗੰਦਾ ਕਰ ਦਿੱਤਾ, ਪਾਣੀ ਸਾਰਾ ਬਿਨਾਂ ਫਿਲਟਰ ਕੀਤੇ ਟਰੀਟ ਕੀਤੇ ਸਿੱਟ ਦਿੰਦੇ ਆ। ਉਹਨਾਂ ਨੇ ਧਰਤੀ ਦੇ ਵਿੱਚ ਹੀ ਪਾਈਪਾਂ ਲਾ ਦਿੱਤੀਆਂ ਜੀ, ਸਾਰਾ ਗੰਦਾ ਪਾਣੀ ਬਿਨਾਂ ਟਰੀਟ ਕੀਤਿਆਂ ਪਾਣੀ ਸਿੱਟਦਾ। ਕਿਉਂਕਿ ਤੁਸੀਂ ਖੁਦ ਉਦਯੋਗਪਤੀ ਹੋ, ਇੰਡਸਟਰੀਲਿਸਟ ਹੋ, ਕੀ ਜਿਹੜੀ ਜਦੋਂ ਬੰਦਾ ਇੱਕ ਕਾਰੋਬਾਰ ਕਰਦਾ ਹੈ ਉਹਦੇ ਮਨ ਦੇ ਵਿੱਚ ਸਿਰਫ ਨੋਟਾਂ ਦਾ ਢੇਰ ਹੁੰਦਾ ਕਿਉਂਕਿ ਉੱਥੇ ਆਪ ਰਹਿਣਾ, ਉੱਥੇ ਧੀਆਂ ਪੁੱਤਾਂ ਨੇ ਰਹਿਣਾ, ਅਗਲੀ ਪੀੜ੍ਹੀ ਨੇ ਰਹਿਣਾ, ਇਦਾਂ ਕਿਉਂ? ਇਹ ਦੇਖੋ ਇੰਡਸਟਰੀਲਿਸਟ ये ह्यूमन नेचर है, मैं क्यों इंडस्ट्री में दोषी ठहरावां? ये ह्यूमन नेचर है, हर एक दा नेचर है। तुसीं देखिए छोटे शहरां दे विच चंडीगढ़ दा उदाहरण देख लो तो बाकी पंजाब दे सूबियां दे उदाहरण देख लो। साडी गलियां जब पहले बनी सी जी, मैं हमें 20-30 फुटां दे सड़कां सीगी जी, आज 15 रह गई हैं, दब लीਆਂ लोगों ने कि यार चल एमसी ने की कहना, उन्हें तो वोटां मंगनी है जी, ठीक है। ते आपां एडवांटेज जी जिन्ना आप कहते हैं ना कि हाँ जिन्ना ले सके ले लेंदे हैं जी। व्यापारी भी वही है, इट इज नॉर्मल है, मैं व्यापारी दोषी कर लेनी है, ह्यूमन नेचर है और दुनिया भर च है। इस करके कानून ना बनती है, ठीक है। कानून क्यों बनती है? कानून इस करके बनती है क्योंकि लोग एडवांटेज ना लें, ठीक है जी। ते आज जो इंडस्ट्रियलिस्ट है वो पहले ये गल सही सी कि उन्हें पोल्यूशन बहुत किया, गलत कानून दा या कानून नहीं सी ते एनवायरनमेंट दा ध्यान नहीं रखा, पोल्यूशन दा ध्यान नहीं रखा। पर आज कानून ऐसे बन गए हैं कि आराम नाल इस मुद्दे ते गौर किया जा सकता है, ठीक है। आजकल टेक्नोलॉजी नहीं हो गई है कि इवन शराब दी फैक्ट्री जो दा वेस्ट होंदा है वो भी ट्रीटमेंट करके वो पानी जमीन दे थले जाने दी लोड़ नहीं, ओदा दोबारा इस्तेमाल किया जा सकता है, जो जहाँ तक मेरी जानकारी है। तो इस करके आप टेक्नोलॉजी का इंडस्ट्रीलिस्ट और आज इंडस्ट्रीलिस्ट सारे पासे इस टेक्नोलॉजी को अपनाने दे तैयार है, कर रही है बाकी सूबियां दे विच, तो पंजाब दे विच भी करने तैयार है, ठीक है जी। पंजाब पोल्यूशन बोर्ड की जिम्मेवारी की है मॉनिटर करना, करें मॉनिटर चंगी तरह जी, लाइसेंस दियो, जाके चेक करो कि जी तुसी सारा क्राइटेरिया मीट कर रहे हो जी, तो चलो काम कराओ, जो नहीं करते तो सजा दो जी। पर क्योंकि 4 बंदियां ने एक फैसला करता कि नहीं ये फैक्ट्री बंद करनी है, तुसी फैक्ट्री बंद कर रहे हो, थोड़े मुखिया ने कहता कि जी उत्थे पूरी पोल्यूशन दी कोई घाट नहीं है जी,
ਫਿਰ ਵੀ ਤੁਸੀਂ ਬੰਦ ਕਰਤੀ ਫੈਕਟਰੀਆਂ ਜੀ, ਇਹ ਤਾਂ ਟਾਈਮ ਹੀ ਦੱਸੂਗਾ ਕਿ ਕੋਰਟ ਕੀ ਕਹਿੰਦੀ ਹੈ। ਬਟ ਆਈ ਥਿੰਕ ਟੈਕਨੋਲੋਜੀ ਅਵੇਲੇਬਲ ਹੈ, ਤੁਸੀਂ ਔਰ ਅੱਜ ਐਬਜ਼ੌਰਬ ਹੋ ਰਹੀ ਹੈ ਜੀ, ਅਬਜ਼ੌਰਬ ਹੋ ਰਹੀ ਹੈ, ਇੰਡਸਟਰੀ ਸਾਰੇ ਪਾਸੇ ਲਾ ਰਿਹਾ, ਪੰਜਾਬ 'ਚ ਕਿਉਂ ਨਹੀਂ ਲਾਊਗਾ? ਤੁਸੀਂ ਲਾਇਸੈਂਸ ਉਹਦੇ ਬਾਅਦ ਹੀ ਦੋ ਨਾ ਜਦ ਉਹ ਸਾਰੀ ਕ੍ਰਾਈਟੇਰੀਆ ਮੀਟ ਕਰਦੇ ਹਨ, ਔਰ ਉਹਦਾ ਮੋਨੀਟਰ ਕਰੋ। ਪੰਜਾਬ ਪੋਲਿਊਸ਼ਨ ਬੋਰਡ ਦਾ ਹੀ ਕੰਮ ਹੈ ਮੋਨੀਟਰ ਕਰੋ, ਤਾਂ ਕੋਈ ਪ੍ਰੋਬਲਮ ਹੀ ਨਹੀਂ ਆਣੀ। ਬਿਲਕੁਲ ਠੀਕ ਹੈ। ਖੰਨਾ ਸਾਹਿਬ, ਮੈਂ ਇੱਕ ਵਾਰ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਦੱਸ ਦੇਣਾ ਚਾਹੁੰਦਾ ਕਿ 2-3 ਸਵਾਲ ਮੈਂ ਹੋਰ ਪੁੱਛਣੇ। ਸਾਡੇ ਨਾਲ ਅਰਵਿੰਦ ਖੰਨਾ ਸਾਹਿਬ ਜੁੜੇ ਹੋਏ ਨੇ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਨੇ, 2 ਵਾਰ ਵਿਧਾਇਕ ਰਹਿ ਚੁੱਕੇ ਨੇ, ਉਦਯੋਗਪਤੀ ਨੇ, ਤੇ ਸਭ ਤੋਂ ਵੱਡੀ ਗੱਲ ਕਿ ਜੇ ਤੁਸੀਂ ਉਹਨਾਂ ਦੇ ਸੋਸ਼ਲ ਮੀਡੀਆ ਨੂੰ ਚੈੱਕ ਕਰੋ ਤਾਂ ਆਮ ਲੋਕਾਂ ਦੇ ਨਾਲ ਜੁੜੇ ਹੋਏ ਨੇ, ਤੇ ਸੀਟ ਛੱਡ ਦਿੱਤੀ ਸੀ, MLA ਸਨ, 3 ਸਾਲ ਅਜੇ ਰਹਿੰਦੇ ਸੀ, ਤਨਖਾਹ ਭੱਤੇ, ਸਰਕਾਰੀ ਡਰਾਈਵਰ, ਕਾਰ, ਘਰ, ਜਿਹੜਾ ਉਦੋਂ ਰੌਲਾ ਰੱਪਾ ਬਹੁਤ ਪਿਆ ਸੀ, ਪਰ ਉਹਨਾਂ ਨੇ ਅੱਜ ਆਪ ਹੀ ਕਲੀਅਰ ਕਰਤਾ ਕਿ ਭਾਈ ਮੈਂ ਨੀਤੀਆਂ ਦੇ ਨਾਲ ਸਹਿਮਤ ਨਹੀਂ ਸੀ। ਖੰਨਾ ਸਾਹਿਬ, ਇੱਕ ਚੀਜ਼ ਮੈਨੂੰ ਹੋਰ ਜ਼ਰੂਰ ਦੱਸਿਓ, ਭਾਰਤੀ ਜਨਤਾ ਪਾਰਟੀ ਦੇ ਬਾਬਤ ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਕਹਿੰਦੇ ਆ, ਜਿਨ੍ਹਾਂ ਦੇ ਨਾਲ ਐਸ ਨੌ ਤੇ ਐਸ ਮਾਸ ਦਾ ਰਿਸ਼ਤਾ ਸੀ, ਕਿ ਜੀ BJP ਵਾਲੇ ਤਾਂ ਮਾੜੇ ਹੀ ਬਹੁਤ ਆ, ਸਾਨੂੰ ਤਾਂ ਪਤਾ ਹੀ ਕਹਿੰਦੇ ਲੇਟ ਲੱਗਾ, ਸਾਡੇ ਨਾਲ ਤਾਂ ਧੋਖੇ ਹੀ ਬਹੁਤ ਕੀਤੇ, ਜੇ ਕਿਤੇ ਸਾਨੂੰ ਪਹਿਲਾਂ ਪਤਾ ਹੁੰਦਾ ਅਸੀਂ 1 ਮਿੰਟ ਨਾ ਗੱਠਜੋੜ ਕਰਦੇ। BJP ਦੀਆਂ ਵੱਡੀਆਂ ਮੀਟਿੰਗਸ ਦੇ ਵਿੱਚ ਜਦੋਂ ਤੁਸੀਂ ਬਹਿੰਦੇ ਹੋ ਤਾਂ ਉੱਥੇ ਕਦੇ ਚਰਚਾ ਹੁੰਦੀ ਹੈ ਕਿ ਭਾਈ ਸੱਚੀ ਮੁੱਚੀ ਧੋਖਾ ਦਿੱਤਾ BJP ਨੇ ਅਕਾਲੀਆਂ ਨੂੰ? ਉਹ ਦੇਖੋ, ਪੰਜਾਬ ਦੇ ਲੋਕਾਂ ਨੂੰ ਪਤਾ ਹੈ ਧੋਖਾ ਕਿਹਨੇ ਦਿੱਤਾ ਹੈ। ਤੁਸੀਂ ਮੈਂ ਦੱਸੋ, ਇੱਕ ਅਲਾਇੰਸ ਦੀ ਸਰਕਾਰ ਹੈ ਜੀ, ਤੇ 90 ਸੀਟਾਂ ਦੇ ਅਕਾਲੀ ਦਲ ਲੜਦੀ ਸੀ ਤੇ 20 ਤੇ BJP ਜੀ, ਤੇ ਮੁੱਖ ਮੰਤਰੀ ਵੀ ਅਕਾਲੀ ਦਲ ਦਾ ਬੰਦਾ ਸੀ ਤੇ ਡਿਪਟੀ ਮੁੱਖ ਮੰਤਰੀ ਵੀ ਅਕਾਲੀ ਦਲ ਦਾ ਬੰਦਾ ਸੀ। ਤੁਸੀਂ ਕਦੀ ਇਹ ਸਾਂਝ ਸੁਣੀ ਹੈ? ਇਹ ਤਾਂ BJP ਦਾ ਬੜਾਪਨ ਸੀ ਜੀ। ਦੇਖੋ, ਮੈਂ ਤਾਂ BJP ਨਾ ਅਕਾਲੀ ਦਲ ਚੋਂ ਦਿਨਾਂ 'ਚ ਸੀ, ਪਰ ਬਾਹਰ ਖੜੇ ਹੋ ਕੇ ਮੈਂ ਕਹਿੰਦਾ ਉਹ ਤਾਂ BJP ਦਾ ਬੜਾਪਨ ਸੀ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਰੱਖਣ ਵਾਸਤੇ ਉਹਨਾਂ ਨੇ ਕਿਹਾ ਚਲੋ ਅਕਾਲੀਆਂ ਨੂੰ ਮੁਰੇ ਲਾ ਕੇ ਆਪਾਂ ਰੱਖੀਏ, ਕਿਉਂਕਿ ਪੰਜਾਬੀ ਸੂਬਾ ਠੀਕ ਹੈ। ਔਰ ਬਿਲਕੁਲ ਵੀ ਜਿੱਥੇ ਵੀ ਅਕਾਲੀ ਦਲ ਅੱਜ BJP, ਆਪਾਂ ਕਿਉਂ ਕਹਿ ਰਹੇ ਕਿ BJP ਨਵੀਂ ਹੈ ਪੰਜਾਬ ਦੇ ਵਿੱਚ, ਕਿਉਂਕਿ ਕਈ ਐਸੇ ਇਲਾਕੇ ਸੀ ਜਿੱਥੇ BJP ਨੇ ਬਿਲਕੁਲ ਇੰਟਰਫੇਅਰ ਹੀ ਨਹੀਂ ਕੀਤਾ, ਵਰਕਰ ਵੀ ਨਹੀਂ ਪੈਦਾ ਕੀਤੇ, ਕਿਉਂਕਿ ਉਹ ਅਕਾਲੀਆਂ ਦਾ ਡੋਮੀਨੇਟਡ ਸੀ। ਆਪਾਂ ਅਕਾਲੀਆਂ ਨੂੰ ਇਹ ਤਾਂ ਨਹੀਂ ਕਿ ਸਿੱਖ ਪਰਿਵਾਰ ਜਾਂ ਗਰੀਬ ਪਰਿਵਾਰ ਜਾਂ ਪਿੰਡਾਂ ਦੇ ਵਿੱਚ ਪਰਿਵਾਰ BJP ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ ਸੀ, ਹੋਣਾ ਚਾਹੁੰਦੇ ਸੀ, ਬਟ ਉੱਥੇ ਕਿਉਂਕਿ ਅਕਾਲੀ ਦਲ ਨੂੰ ਉਹ ਜ਼ਿੰਮੇਵਾਰੀ ਦਿੱਤੀ ਸੀ ਤੇ BJP ਪਿੱਛੇ ਹਟ ਕੇ ਕੰਮ ਕਰਦੀ ਸੀ, ਕਿਉਂਕਿ ਪੰਜਾਬ ਦੇ ਵਿੱਚ ਉਸ ਸਮੇਂ ਜਦ ਇਹ ਗਠਬੰਧਨ ਹੋਇਆ ਜੀ, ਉਹ ਅਮਨ ਸ਼ਾਂਤੀ ਦੇਖਣਾ ਚਾਹੁੰਦੇ ਸੀ। ਮੋਸਟ ਇੰਪੋਰਟੈਂਟ BJP ਵਾਸਤੇ ਸੀ ਕਿ ਅਮਨ ਸ਼ਾਂਤੀ ਪੰਜਾਬ 'ਚ ਬਣੀ ਰਹੇ। ਤੇ ਧੋਖਾ ਦੇ ਹੁਣ ਲੋਕਾਂ ਨੂੰ ਪਤਾ ਹੀ ਹੈ ਕਿ ਕਿਨੇ ਕਿਹਨੂੰ ਧੋਖਾ ਦਿੱਤਾ ਹੈ। ਔਰ ਦੇਖੋ, ਅੱਜ ਆਪਾਂ ਅਕਾਲੀ ਦਲ ਬਾਰੇ ਗੱਲ ਵੀ ਨਹੀਂ ਕਰਦੇ ਸਾਡੀ ਪਾਰਟੀ ਦੇ ਵਿੱਚ, ਆਪਾਂ ਸਿਰਫ ਆਪਣੇ ਪੰਜਾਬ ਨੂੰ ਬਚਾਉਣ ਦੀ ਗੱਲਾਂ ਕਰਦੇ ਕਿ ਪੰਜਾਬ ਦੇ ਵਿੱਚ ਇੱਕ ਪਾਸੇ ਕਿਵੇਂ ਬਚਾਇਆ ਜਾਏ, ਕੀ ਨੀਤੀਆਂ ਸਾਨੂੰ ਲੈ ਕੇ ਆਣੀ ਹੈ, ਕਿ ਕਿਸ ਲੋਕਾਂ ਨੂੰ ਆਪਾਂ ਜੋੜਨ ਦੀ ਕੋਸ਼ਿਸ਼ ਕਰਾਂਗੇ ਆਪਣੇ ਨਾਲ, ਕਿਸ ਬਰਾਦਰੀਆਂ ਨੂੰ ਜੋੜਾਂਗੇ ਆਪਣੇ ਨਾਲ, ਔਰ ਆਪਾਂ ਸਾਰਿਆਂ ਦੇ ਕੋਲ ਜਾ ਰਹੇ ਹਾਂ। ਔਰ ਸਾਡੀ ਕੋਸ਼ਿਸ਼ ਹੈ ਕਿ ਆਪਾਂ ਧਰਮ ਚੋਂ ਹਟ ਕੇ ਲੋਕਾਂ ਨੂੰ ਡਿਵੈਲਪਮੈਂਟ ਦੇ ਪਲਾਨ ਤੇ, ਵਿਕਾਸ ਦੇ ਪਲਾਨ ਤੇ ਆਪਾਂ ਜੋੜੀਏ। ਆਪਾਂ ਧਰਮ ਦੇ ਵਿੱਚ ਨਹੀਂ ਪੈਣਾ ਚਾਹੁੰਦੇ, ਆਪਾਂ ਬਿਲਕੁਲ ਵਿਕਾਸ, ਡਿਵੈਲਪਮੈਂਟ ਉਸ ਪਲਾਨ ਤੇ ਆਪਾਂ ਲੋਕਾਂ ਨੂੰ ਜੋੜਨਾ ਚਾਹੁੰਦੇ ਹਾਂ। ਖੰਨਾ ਸਾਹਿਬ, ਕਿਉਂਕਿ ਤੁਸੀਂ ਪੰਜਾਬ ਦੇ ਉਹਨਾਂ ਲੋਕਾਂ ਦੇ ਵਿੱਚੋਂ ਆਉਣੇ ਆ ਜਿਨ੍ਹਾਂ ਦੇ ਕੋਲੇ ਥੋੜੇ ਜਿਹਾ ਨੋਟ ਹੈਗੇ ਆ, ਠੀਕ ਹੈ ਜੀ, ਜਿਨ੍ਹਾਂ ਦਾ ਕਾਰੋਬਾਰ ਹੈ, ਚਲੋ ਕਿਰਪਾ ਹੋਣੀ ਚਾਹੀਦੀ ਬਾਬੇ ਦੀ ਸਾਰਿਆਂ ਦੇ ਉੱਤੇ, ਕਿ ਆਮ ਲੋਕਾਂ ਦੀ ਜ਼ਿੰਦਗੀ ਅਰਵਿੰਦ ਖੰਨਾ ਹੋਰੀ ਸਮਝਦੇ ਨੇ? ਕਦੇ ਆਮ ਲੋਕਾਂ ਦੇ ਘਰ ਦੇ ਵਿੱਚ ਗਏ ਹੋ, ਉਹਨਾਂ ਦੀਆਂ ਕੀ ਮੁਸ਼ਕਲਾਂ ਨੇ, ਮਜਬੂਰੀਆਂ ਨੇ, ਕਿਵੇਂ ਜੁੜਦੇ ਹੋ ਕਿਸੇ ਤਰੀਕੇ ਉਹਨਾਂ ਦੇ, ਕਿ ਉੱਪਰੋਂ ਕੰਮ ਕਰੀ ਜਾਂਦੇ ਹੋ? ਪਰਸਾ ਜੀ, ਮੈਂ 2 ਵਾਰ MLA, ਮੈਂ 2 ਵਾਰ ਚੋਣ ਲੜਿਆ, ਦੋਨੋਂ ਵਾਰ ਜਿੱਤਿਆ ਜੀ, ਤੇ ਹੁਣ ਚਲੋ ਤੀਸਰੀ ਚੋਣ ਸੀਗੀ, ਉਹ ਤਾਂ ਮਾਹੌਲ ਹੀ ਐਸਾ ਸੀਗਾ, ਪਰ 2 ਵਾਰ ਮੈਂ ਟੋਟਲੀ ਪਿੰਡੂ ਇਲਾਕੇ 'ਚ ਜੀ ਮੈਂ ਸੇਵਾ ਕੀਤੀ ਹੈ, ਮੈਂ ਲੋਕਾਂ ਦੇ ਦਰਦ ਸਮਝਦਾ। ਠੀਕ ਹੈ ਜੀ। ਦੇਖੋ ਜੀ, ਮੈਂ ਚਲੋ ਮੇਰਾ ਆਪਣਾ ਸਟਾਈਲ ਹੈ, ਮੈਨੂੰ ਚੰਗਾ ਕੁੜਤਾ ਪਸੰਦ ਆਉਂਦਾ ਹੈ, ਚੰਗੀ ਪੈਂਟ ਨਹੀਂ ਪਸੰਦ ਹੈ, ਪਰ ਇਹਦਾ ਮਤਲਬ ਨਹੀਂ ਕਿ ਮੈਂ ਪਿੰਡਾਂ 'ਚ ਨਹੀਂ ਘੁੰਮਦਾ। ਜਿੰਨਾ ਮੈਂ ਲੋਕਾਂ ਦੇ ਵਿਛੜਦਾ, ਪਿੰਡਾਂ ਦੇ ਵਿੱਚ ਰਹਿੰਦਾ, ਮੇਰੀ ਇੱਕ NGO ਹੈ ਉਮੀਦ ਸੰਸਥਾ, ਜਿਹਦੀ ਆਪਾਂ ਪਹਿਲੇ ਜ਼ਿਕਰ ਕਰ ਰਹੇ ਸੀ ਜੀ, ਉਹ ਤਾਂ ਲੋਕਾਂ ਦੇ ਵਿੱਚ ਹੀ ਰਹਿੰਦੀ ਹੈ, ਤੇ ਉਹਨਾਂ ਦੇ ਉਸ ਸੰਸਥਾ ਦੇ ਰਾਹੀਂ ਮੈਂ ਲੋਕਾਂ ਦੇ ਵਿੱਚ ਵਿਛੜਦਾ। ਜਿੰਨਾ ਸਮਾਂ ਮੈਂ ਲੋਕਾਂ ਦੇ ਵਿੱਚ ਲਾਉਂਦਾ, ਮੇਰੇ ਖਿਆਲ ਮੈਂ ਇਸ ਤੋਂ ਵੱਧ ਕੋਈ ਲਾ ਨਹੀਂ ਸਕਦਾ। ਐਂਡ ਲੋਕਾਂ ਦੇ ਦੁੱਖ ਮੈਨੂੰ ਸਮਝ ਆਉਂਦੇ ਹੈ, ਪੂਰੇ ਆਉਂਦੇ ਹੈ ਜੀ। ਬੇਰੁਜ਼ਗਾਰੀ ਮੈਨੂੰ ਸਮਝ ਆਉਂਦੀ ਹੈ, ਜਦ ਮੇਰੇ ਕੋਲ ਇੱਕ ਬੱਚਾ ਆ ਕੇ ਕਹਿੰਦਾ ਕਿ ਜੀ ਮੈਨੂੰ ਨੌਕਰੀ ਲਗਾ ਦਿਓ, ਕहीं ਵੀ ਨੌਕਰੀ ਲਗਾ ਦਿਓ, ਮੇਰਾ ਦਿਲ ਦੇ ਵਿੱਚ ਉਹ ਹੁੰਦੀ ਹੈ, ਦਰਦ ਹੁੰਦਾ, ਕਿਉਂਕਿ ਆਪਾਂ ਕਿੱਥੇ ਕਰੀਏ ਜੀ, ਇੰਨੀ ਤਾਂ ਨੌਕਰੀਆਂ, ਇੰਨੇ ਸਾਡੇ ਬੱਚੇ हैं जो ਬੇਰੁਜ਼ਗਾਰ ਬੈਠੇ, ਮੈਨੂੰ ਬਹੁਤ ਮਹਿਸੂਸ ਹੁੰਦਾ ਹੈ। ਮੇਰੇ ਖਿਆਲ ਵਿੱਚ ਜੋ ਬੰਦਾ ਨਾ ਜਿਹਦੇ ਕੋਲ ਜਿਹਦਾ ਢਿੱਡ ਭਰਿਆ ਹੋਵੇ ਜੀ,
ਉਹੀ ਆਪਣੀ ਰੋਟੀ ਕਿਸੇ ਹੋਰ ਨੂੰ ਦੇ ਸਕਦਾ ਹੈ, ਜਿਹਦਾ ਆਪਣਾ ਭੁੱਖ ਹੀ ਨਹੀਂ ਬੱਟੀ ਖਤਮ ਹੋਈ ਹੋ, ਹਾਂ ਮੈਂ ਤਾਂ ਆਪਣੇ ਕੋਲ ਹੀ ਰੱਖਾਂਗਾ। ਤੇ ਮੇਰੇ ਖਿਆਲ ਵਿੱਚ ਨਹੀਂ, ਮੈਂ ਲੋਕਾਂ ਦੇ ਨਾਲ ਕਾਫੀ ਮਿਲਦਾ ਰਹਿੰਦਾ ਔਰ ਮੈਨੂੰ ਲੋਕਾਂ ਦੇ ਵਿੱਚ ਵਿਚਰਨਾ ਪਸੰਦ ਹੈ। ਠੀਕ ਹੈ ਜੀ। ਉਮੀਦ ਦੇ ਨਾਲ ਕੀ ਕੰਮ ਕਰਦੇ ਹੋ, ਯਾਨੀ ਕਿਸ ਤਰੀਕੇ ਦਾ ਸਟਰਕਚਰ ਕੀ ਹੈ, ਕਿਹੜੀ ਲੋਕਾਂ ਤੱਕ ਪਹੁੰਚਣ ਦਾ ਢੰਗ ਕੀ ਹੈ, ਕੀ ਤੁਹਾਨੂੰ ਲੱਗਦਾ ਕਿ ਲੋਕਾਂ ਦੀਆਂ ਲੋੜਾਂ ਦੀ ਪੂਰਤੀ? ਦੇਖੋ, ਉਮੀਦ ਇੱਕ NGO ਹੈ ਜੀ, ਉਹਦਾ ਆਪਣਾ ਪੂਰਾ ਆਪਣਾ ਢਾਂਚਾ ਹੈ। ਆਪਾਂ ਪਿੰਡਾਂ ਦੇ ਵਿੱਚ ਇੰਪਲੋਇਮੈਂਟ ਲੇਡੀਜ਼ ਵਾਸਤੇ ਸਾਡੇ ਸੈਲਫ ਹੈਲਪ ਗਰੁੱਪ ਬਣੇ ਆ, ਹੋਰ ਵੀ ਤਕੜਾ ਕਰਦੇ ਉਹਨਾਂ ਨੂੰ ਟ੍ਰੇਨਿੰਗ ਕਰਦੇ ਉਹਨਾਂ ਨੂੰ, ਪਹਿਲੇ ਕਿਵੇਂ ਪੈਸਾ ਸੇਵ ਕਰਨ ਦਾ, ਬਚਾਉਣ ਦਾ ਪਹਿਲੇ ਆਪਾਂ ਟ੍ਰੇਨਿੰਗ ਦਿੰਦੇ ਆ, ਫਿਰ ਉਹ ਪੈਸਾ ਇੰਟਰਲੋਨਿੰਗ ਦਾ ਕਰਦੇ ਆ, ਫਿਰ ਉਹਨਾਂ ਨੂੰ ਕਿਸੇ ਵਪਾਰ ਦੇ ਵਿੱਚ ਆਪਾਂ ਉਹਨਾਂ ਨੂੰ ਕਰਦੇ ਆ ਕਿ ਤੁਸੀਂ ਵਪਾਰ ਕਰੋ, ਕਮਾਈ ਕਰੋ, ਕੰਮ ਇੰਡੀਵਿਜੂਅਲ ਵੀ ਕਰੋ। ਹੁਣ ਆਪਾਂ ਇਕੱਠੇ ਹੋ ਕੇ ਐਜ਼ ਅ ਗਰੁੱਪ ਐਕਟੀਵਿਟੀ ਆਪਾਂ ਹੁਣ ਕੋਸ਼ਿਸ਼ ਕਰ ਰਹੇ। ਪੰਜਾਬ ਦੇ ਵਿੱਚ ਉਹ ਜਰਾ ਮੁਸ਼ਕਿਲ ਹੈ ਗਰੁੱਪ ਐਕਟੀਵਿਟੀ, ਇੰਡੀਵਿਜੂਅਲ ਐਕਟੀਵਿਟੀ ਲੋਕ ਕਰਨ ਲਈ ਤਿਆਰ ਹੈ, ਸਾਡੇ ਲਈ ਇਕੱਠੇ ਹੋਣਾ ਔਖਾ ਹੈ। ਹਾਂ, ਇਕੱਠੇ ਹੋਣਾ ਔਖਾ ਹੈ, ਪਰ ਹੁਣ ਮੈਂ ਕੋਸ਼ਿਸ਼ ਕਰ ਰਿਹਾ, ਆਪਣੀ ਜੋ ਉਮੀਦ ਦੀ ਟੀਮ ਹੈ ਉਸ ਪਾਸੇ ਕੰਮ ਕਰ ਰਹੀ ਹੈ ਕਿ ਗਰੁੱਪ ਐਕਟੀਵਿਟੀਜ਼ ਕਿਵੇਂ ਕ੍ਰੀਏਟ ਕਰੀਏ। ਸਾਡੇ ਕੋਲ ਇੱਕ ਇੰਪਲੋਇਮੈਂਟ ਏਜੰਸੀ ਵੀ ਹੈ, ਜਿੱਥੇ ਆਪਾਂ ਬਿਨਾਂ ਪੈਸੇ ਤੋਂ ਬੱਚਿਆਂ ਨੂੰ ਰੁਜ਼ਗਾਰੀ ਨੌਕਰੀ ਦਿਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਕੋਲ ਡੇਟਾ ਹੈ ਕਿਸ ਇੰਡਸਟਰੀ ਦੇ ਵਿੱਚ, ਕਿਸ ਕੰਪਨੀ ਦੇ ਵਿੱਚ ਕਿੱਥੇ ਇੰਪਲੋਇਮੈਂਟ ਦੀ ਲੋੜ ਹੈਗੀ, ਤੇ ਆਪਾਂ ਉਹਨਾਂ ਨੂੰ ਜੁਆਇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਰ, ਸਾਡਾ ਜੋ ਮੁੱਖ ਸੀਗਾ ਉਹ ਦਵਾਈਆਂ ਦਾ ਸੀ, ਜਿੱਥੇ ਆਪਾਂ ਹਰ ਪਿੰਡ ਦੇ ਵਿੱਚ ਮੁਫਤ ਦਵਾਈਆਂ ਦਿੰਦੇ ਸੀ, ਉਹ ਬੰਦ ਕੀਤਾ ਸੀ ਮੈਂ 2-4 ਸਾਲ, ਹੁਣ ਦੁਬਾਰਾ ਸ਼ੁਰੂ ਕਰਤਾ ਹੈ। ਠੀਕ ਹੈ ਜੀ। ਤੇ ਆਪਾਂ ਹੈਲਥ ਪ੍ਰਤੀ, ਕਿਉਂਕਿ ਗਰੀਬਾਂ ਨੂੰ ਦਵਾਈਆਂ ਮਿਲਦੀ ਨਹੀਂ ਹੈ, ਇਲਾਜ ਉਹਨਾਂ ਦੇ ਚੰਗੇ ਨਹੀਂ ਹੁੰਦੇ, ਪ੍ਰਾਈਵੇਟ ਹਸਪਤਾਲ 'ਚ ਵਿਚਾਰੇ ਜਾ ਨਹੀਂ ਸਕਦੇ, ਤੇ ਉਹਨਾਂ ਦੇ ਵਾਸਤੇ ਪਿੰਡਾਂ ਦੇ ਵਿੱਚ ਹੀ ਆਪਾਂ ਇਹ ਡਿਸਪੈਂਸਰੀਆਂ ਬਣਾਈਆਂ, ਤੇ ਹਰ ਹਫਤੇ ਸਾਡੇ ਡਾਕਟਰ ਜਾ ਕੇ ਉੱਥੇ ਇਲਾਜ ਕਰਦੇ। ਬੀਜੇਪੀ ਦੀਆਂ ਜਦੋਂ ਵੀ ਲਿਸਟਾਂ ਜਾਰੀ ਹੁੰਦੀਆਂ ਨਾ ਪੰਜਾਬ ਦੇ ਵਿੱਚ, ਚਾਹੇ ਲੋਕ ਸਭਾ ਦੀ ਜ਼ਿਮਨੀ ਚੋਣ ਲੜਨੀ ਹੈ, ਚਾਹੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮਿਊਨਿਸਪੈਲਿਟੀ ਦੀ ਇਲੈਕਸ਼ਨ ਆਉਣੀ ਹੈ, ਲਿਸਟਾਂ ਦੇ ਵਿੱਚ ਤੁਹਾਡਾ ਨਾਂ ਉੱਪਰਲੇ ਪਾਸੇ ਹੁੰਦਾ ਜੀ। ਤੁਹਾਨੂੰ ਵੀ ਜਿਹੜੀ ਉੱਥੇ ਜਗ੍ਹਾ ਮਿਲਦੀ ਹੈ ਕਿ ਤੁਸੀਂ ਆ ਦੇਖਣਾ ਜੀ ਕੰਮਕਾਰ, ਤੁਸੀਂ ਵੱਡੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੁੰਦੇ ਹੋ। ਜਲੰਧਰ ਲੋਕ ਸਭਾ ਹਲਕੇ ਦੀ ਬਾਈ ਇਲੈਕਸ਼ਨ ਦੀ ਸਥਿਤੀ ਕੀ ਹੈ? ਬੀਜੇਪੀ ਦੇ ਲਈ ਅਚਾਨਕ ਇਲੈਕਸ਼ਨ ਆ ਗਈ, ਪੈਰ ਪਿਛਾਂ ਖਿੱਚ ਰਹੇ ਹੋ ਕਿ ਜ਼ੋਰਦਾਰ ਢੰਗ ਦੇ ਨਾਲ ਲੜਨਾ, ਉਮੀਦਾਂ ਕੀ ਨੇ? ਦੇਖੋ, ਸਾਰਿਆਂ ਵਾਸਤੇ ਅਚਾਨਕ ਆਈ ਹੈ। ਠੀਕ ਹੈ ਜੀ। ਦੇਖੋ, ਸੰਗਰੂਰ ਦੀ ਜਦ ਜਿਮਨੀ ਚੋਣ ਹੋਈ ਸੀ, ਸਾਰਿਆਂ ਨੂੰ ਪਤਾ ਸੀ ਕਿ ਮੁੱਖ ਮੰਤਰੀ ਸਾਹਿਬ ਹੁਣ ਮੁੱਖ ਮੰਤਰੀ ਬਣ ਗਏ ਹੈ, ਤਾਂ ਉੱਥੇ ਜਿਮਨੀ ਚੋਣ ਆਣੀ ਹੈ ਜੀ। ਜਲੰਧਰ ਦੇ ਵਿੱਚ ਕਿਸੇ ਨੂੰ ਨਹੀਂ ਪਤਾ ਸੀ, ਕਿਉਂਕਿ ਚੌਧਰੀ ਸਾਹਿਬ ਦੇਖੋ ਮੇਰੇ ਨਾਲ ਤਾਂ ਬਹੁਤ ਪਿਆਰ ਰਿਹਾ ਉਹਨਾਂ ਦਾ, ਬਹੁਤ ਚੰਗੇ ਇਨਸਾਨ ਸੀ ਜੀ, ਐਂਡ ਐਕਸਰਸਾਈਜ਼ ਰੋਜ਼ ਕਰਦੇ ਸੀ, ਏਜ ਵੀ ਨਹੀਂ ਸੀ, ਫਿਟ ਸੀਗੇ। ਅਚਾਨਕ ਵਿਚਾਰਿਆਂ ਦੀ ਮੌਤ ਹੋਈ ਆ, ਤੇ ਸਾਰੇ ਵਾਸਤੇ ਸਰਪ੍ਰਾਈਜ਼ ਹੈ, ਤੇ ਆਪਾਂ ਕਰਾਂਗੇ, ਪੂਰੀ ਲੜਾਈ ਲੜਾਂਗੇ ਜੀ। ਤਿਆਰੀ ਸਾਡੀ ਪੂਰੀ ਹੈ। ਆਪਾਂ ਦੇਖੋ ਮੀਟਿੰਗਾਂ ਕਰ ਰਹੇ ਹਾਂ, ਸੋਮ ਪ੍ਰਕਾਸ਼ ਜੀ ਨੂੰ ਜ਼ਿੰਮੇਵਾਰੀ ਦਿੱਤੀ ਹੈ ਪਾਰਟੀ ਨੇ। ਸੋਮ ਪ੍ਰਕਾਸ਼ ਜੀ ਉਸ ਇਲਾਕੇ ਦੇ ਵਿੱਚ ਉਹਨਾਂ ਦਾ ਕਾਫੀ ਦਬਦਬਾ ਹੈਗਾ। ਕੇਵਲ ਜੀ ਨੂੰ ਵੀ ਲਾਇਆ ਨਾਲ ਜੀ, ਹੋਰ ਵੀ ਟੀਮ ਬਣੀ ਹੈ ਨਾਲ, ਤੇ ਮੇਰੇ ਖਿਆਲ ਮੈਂ ਉੱਥੇ ਬੀਜੇਪੀ ਚੰਗਾ ਪ੍ਰਦਰਸ਼ਨ ਕਰੇਗੀ, ਔਰ ਉੱਥੇ ਤਿਆਰੀ ਹੋ ਰਹੀ ਹੈ, ਪੂਰੀ ਤਿਆਰੀ ਹੋ ਰਹੀ ਹੈ। ਪਾਰਟੀ ਦੇ ਪ੍ਰਧਾਨ ਸਾਹਿਬ ਅਸ਼ਵਨੀ ਜੀ ਵੀ ਜਾ ਰਹੇ ਹੈ, ਕਾਫੀ ਸਮਾਂ ਲਾ ਰਹੇ ਹੈ, ਆਪਾਂ ਸਾਰੇ ਹੀ ਜਾ ਰਹੇ ਹਾਂ, ਤੇ ਦੇਖਦੇ ਹਾਂ ਹੁਣ ਕੀ। ਖੰਨਾ ਸਾਹਿਬ, ਮੈਂ ਹੁਣ ਉਮੀਦ ਕਰਦਾ ਕਿ ਜਦੋਂ ਵੀ ਭਾਰਤੀ ਜਨਤਾ ਪਾਰਟੀ ਦੀਆਂ ਮੀਟਿੰਗਸ ਹੋਣਗੀਆਂ, ਸਰਕਾਰੀ ਪੱਧਰ ਤੇ ਕੁਝ ਹੋਏਗਾ, ਕਿ ਤੁਸੀਂ, ਕਿਉਂਕਿ ਤੁਹਾਨੂੰ ਮੌਕਾ ਮਿਲਿਆ ਕਿ ਭਾਰਤੀ ਜਨਤਾ ਪਾਰਟੀ ਦੀਆਂ ਉੱਪਰਲੀਆਂ ਸਫਾਂ ਦੇ ਵਿੱਚ ਵਿਚਰਨ ਦਾ, ਕਿ ਭਾਈ ਪੰਜਾਬ ਦੇ ਹੱਕ ਤੇ ਹਿੱਤ ਦੀ ਗੱਲ ਕਰੋਗੇ। 100% ਪੰਜਾਬ ਦੇ, ਮੈਂ ਦੇਖ ਭਾਰਤ ਸਾਹਿਬ ਸੱਚਾਈ ਨਾਲ ਜੀ, ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ, ਮੈਂ ਦੇਖਣਾ ਚਾਹੁੰਦਾ ਪੰਜਾਬ ਨੂੰ ਖੁਸ਼ਹਾਲ। ਠੀਕ ਹੈ ਜੀ। ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋ, ਇਹ ਗਨ ਕਲਚਰ ਬੰਦ ਕੀਤਾ ਜਾਏ, ਇਹ ਧਰਮ ਦਾ ਜੋ ਰਾਜਨੀਤੀ ਹੈ ਬੰਦ ਹੋਣੀ ਚਾਹੀਦੀ ਹੈ, ਇਹ ਗੈਂਗਸਟਰਿਜ਼ਮ ਬੰਦ ਹੋਣਾ ਚਾਹੀਦਾ ਹੈ। ਮੈਂ ਚਾਹੁੰਦਾ ਕਿ ਪੰਜਾਬ ਖੁਸ਼ਹਾਲ ਹੋ ਜੀ, ਔਰ ਮੈਂ ਉਮੀਦ ਕਰਦਾ ਕਿ ਇਹ ਜੋ ਸਾਡਾ ਸੁਪਨਾ ਹੈ, ਜੋ ਮੇਰਾ ਸੁਪਨਾ ਹੈ ਜੀ, ਭਾਰਤੀ ਜਨਤਾ ਪਾਰਟੀ ਨੂੰ ਪੂਰਾ ਕਰੇਗੀ। ਔਰ ਜहाँ तक मेरी सोच है, जो मैनू दिख रहा है, भारतीय जनता पार्टी इस पासे लगी हुई है जी, और मैं यकीनन कह सकता कि 27 ਦੇ ਨਤੀਜੇ ਕੁਝ ਹੋਰ ਹੀ ਹੋਣੇ। ਠੀਕ ਹੈ ਜੀ, ਬਹੁਤ ਸ਼ੁਕਰੀਆ ਜੀ ਖੰਨਾ ਸਾਹਿਬ, ਤੁਸੀਂ ਜੁੜੇ, ਧੰਨਵਾਦ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸੋ ਗੱਲਾਂ ਬਾਤਾਂ ਲੰਬੀਆਂ ਚੌੜੀਆਂ ਹੋਈਆਂ ਜੀ ਖੰਨਾ ਸਾਹਿਬ ਦੇ ਨਾਲ, ਅਰਵਿੰਦ ਖੰਨਾ ਸਾਹਿਬ ਦੇ ਨਾਲ। ਮੈਂ ਇੱਕ ਵਾਰ ਫੇਰ ਦੱਸ ਦਿਆਂ ਕਿ ਧੂਰੀ ਵਿਧਾਨ ਸਭਾ ਹਲਕੇ ਤੋਂ ਜਿੱਤ ਕੇ MLA ਬਣੇ ਸਨ, ਸੰਗਰੂਰ ਵਿਧਾਨ ਸਭਾ ਹਲਕੇ ਤੋਂ ਜਿੱਤ ਕੇ MLA ਬਣੇ ਸਨ। ਦੂਸਰੀ ਵਾਰ ਆਪਣੀ ਟਰਮ ਉਹਨਾਂ ਨੇ ਕੰਪਲੀਟ ਨਹੀਂ ਕੀਤੀ, ਵਿੱਚੇ ਅਸਤੀਫਾ ਦੇ ਦਿੱਤਾ। ਉਹ ਪੰਜਾਬ ਦੇ ਲੋਕਾਂ ਦੇ ਲਈ ਇੱਕ ਤਰ੍ਹਾਂ ਦਾ ਸਿਆਸੀ ਵਾਲਾ ਸੀ ਕਿ ਭਾਈ ਆ ਹੋ ਕੇ ਗਿਆ, ਕਿਉਂਕਿ ਅਚਾਨਕ ਖਬਰਾਂ ਛਪੀਆਂ, ਉਦੋਂ ਸੋਸ਼ਲ ਮੀਡੀਆ ਇੰਨਾ ਨਹੀਂ ਸੀ ਹੁੰਦਾ ਕਿ ਭਾਈ ਹੋਣ ਕੀ ਲੱਗਿਆ, ਪਰ ਉਹ ਚੁੱਪ ਕਰਕੇ ਘਰੇ ਬਹਿ ਗਏ। ਦੁਬਾਰਾ ਸਰਗਰਮ ਹੋਏ, ਵਿੱਚ ਵਿੱਚ ਬੜੇ ਰੌਲੇ ਪੈਂਦੇ ਰਹੇ। ਹੁਣ ਇੱਕ ਵਾਰ ਫੇਰ ਉਹ ਇਲੈਕਸ਼ਨ ਲੜਨਗੇ, ਇੱਦਾਂ ਹੋਊ, ਪਰ ਉਹ BJP ਦੇ ਵਿੱਚ ਸ਼ਾਮਲ ਹੋਏ ਨੇ।
ਮੀਤ ਪ੍ਰਧਾਨ ਦੀ ਕੁਰਸੀ ਦੇ ਉੱਤੇ ਬੈਠੇ ਨੇ, ਵੱਡੀਆਂ ਮੀਟਿੰਗਸ ਦੇ ਵਿੱਚ ਉਹਨਾਂ ਦੇ ਸ਼ਾਮਲ ਹੋਣ ਦੀਆਂ ਖਬਰਾਂ ਪਹੁੰਚਦੀਆਂ ਰਹਿੰਦੀਆਂ। ਬੀਜੇਪੀ ਕੀ ਕਰਨ ਜਾ ਰਹੀ ਹੈ, ਪਲਾਨ ਕੀ ਹੈ, ਜਲੰਧਰ ਜ਼ਿਮਨੀ ਚੋਣ ਉਹਦੇ ਬਾਬਤ ਦੱਸਿਆ, ਪਰ ਰੁਜ਼ਗਾਰ ਸ਼ਬਦ ਦੇ ਉੱਤੇ ਉਹਨਾਂ ਨੇ ਸਭ ਤੋਂ ਵੱਧ ਜ਼ੋਰ ਦਿੱਤਾ। ਤੁਹਾਡੇ ਵਿਚਾਰਾਂ ਦੀ ਸਹਿਮਤੀ ਵੀ ਹੋ ਸਕਦੀ ਹੈ, ਅਸਹਿਮਤੀ ਵੀ ਹੋ ਸਕਦੀ ਹੈ, ਤੁਹਾਡਾ ਕੋਈ ਸਵਾਲ ਵੀ ਹੋ ਸਕਦਾ, ਪਰ ਇੱਕ ਬੇਨਤੀ ਤੁਹਾਨੂੰ ਜ਼ਰੂਰ ਕਰਾਂਗੇ ਕਿ ਟਿੱਪਣੀ ਕਰਨ ਲੱਗਿਆਂ ਸ਼ੁੱਧ ਭਾਸ਼ਾ ਦਾ, ਸਹੀ ਭਾਸ਼ਾ ਦਾ, ਜਿਹੜੀ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਪੜ੍ਹ ਸੁਣ ਸਕੀਏ, ਉੱਦਾਂ ਦੀ ਭਾਸ਼ਾ ਦਾ ਤੁਸੀਂ ਇਸਤੇਮਾਲ ਕਰਨਾ। ਕੋਈ ਸਵਾਲ ਵੀ ਹੋਵੇ ਤੁਹਾਡਾ, ਤੁਸੀਂ ਥੱਲੇ ਲਿਖ ਸਕਦੇ ਹੋ, ਅਸੀਂ ਕਦੇ ਦੁਬਾਰਾ ਵੀ ਉਹਨਾਂ ਨੂੰ ਆਵਾਜ਼ ਮਾਰ ਲਾਂਗੇ। ਸੋ ਇੱਥੇ ਦਿਓ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।